ਥਾਊਜ਼ੈਂਡਸ ਆਫ ਡਾਲਰਸ ਇੰਡੀਆ ਦੇ ਹਿਸਾਬ ਦੇ ਨਾਲ ਲਾਈਕ 10-15 ਲੱਖ ਰੁਪਏ ਹੋ ਗਿਆ, ਜੋ ਕਿ ਬਹੁਤ ਵੱਡੀ ਅਮਾਉਂਟ ਹੁੰਦੀ ਹੈ। ਉਹ ਕਿੰਨਾ ਕੁ ਵਰਥ ਹੈਗਾ ਆ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਇਨਵੈਸਟ ਕਰਨਾ, ਜਦ ਕਿ ਐਂਡ ਪੁਆਇੰਟ ਕੀ ਆ ਉਹਨਾਂ ਦਾ ਵਰਕ ਪਰਮਿਟ ਦੇ ਫੀਲਡ ਨੂੰ ਚੇਂਜ ਕਰ ਲੈਣਾ ਤੇ ਪੀਆਰ ਤੇ ਫੋਕਸ ਕਰਨਾ। ਥੋੜੇ ਸਾਲ ਪਹਿਲਾਂ ਕੀਤਾ ਜਾਂਦਾ ਸੀਗਾ, ਬਟ ਉਹਦੇ ਵਿੱਚ ਟਾਈਮ ਟੂ ਟਾਈਮ ਇੰਪਰੂਵਮੈਂਟਸ ਆ ਰਹੀਆਂ ਨੇ ਤੇ ਇੱਕ ਚੈਟ ਜੀਪੀਟੀ ਦਾ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ। ਸਟੂਡੈਂਟਸ ਦੀ ਪਲੈਜਰਿਜ਼ਮ ਪੈਂਦੀ ਆ, ਜਾਂ ਜਿਵੇਂ ਤੁਸੀਂ ਕਿਹਾ ਕਿ ਰੈਫਰੈਂਸ ਪਾਉਣੀ ਭੁੱਲ ਗਏ, ਜਾਂ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਲਿੱਤੀ। ਕਿ ਜਿਵੇਂ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਤੁਸੀਂ ਕਿਵੇਂ ਲਰਨ ਕਰਾਇਆ ਜਾਵੇ ਕਿ ਕਿਵੇਂ ਯੂਜ਼ ਕਰ ਸਕਦੇ ਹੋ, ਰਾਦਰ ਦੈਨ ਕਿ ਉਹਨੂੰ ਕਿਵੇਂ ਚੀਟ ਕਰਨ ਲਈ ਯੂਜ਼ ਕਰ ਸਕਦੇ ਹੋ। ਅਕੈਡਮਿਕਸ ਕਿਵੇਂ ਹੈਂਡਲ ਕਰਨੇ ਨੇ, ਤਾਂ ਆਈ ਥਿੰਕ ਉਹ ਬਹੁਤ ਹੀ ਪੀਸਫੁਲ ਲਾਈਫ ਉਰੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਆਪਣੀ ਬਿਲਕੁਲ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਦੇ ਕੈਨ ਐਕਸਪੈਂਡ देयर ਲਾਈਫ ਇਨ ਰਾਈਟ ਹੇਅਰ। ਸ਼ਾਇਦ ਇਸੇ ਕਰਕੇ ਬੱਚੇ ਜੋ ਉਹਨਾਂ ਦੀ ਸੋਚ ਦੂਰ ਅੰਦੇਸ਼ੀ ਦੀ ਹੋ ਕੇ ਉਹ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕਰ ਸਕਦੇ ਨੇ, ਕਿਤੇ ਨਾ ਕਿਤੇ ਉਹ ਪਿੱਛੇ ਰਹਿ ਜਾਂਦੇ ਨੇ। ਕਿ ਮੈਂ ਤਾਂ ਮੇਜਰ ਇਹੀ ਕਹੂੰਗਾ ਕਿ ਕਿਸੇ ਦੇ ਮਗਰ ਲੱਗਣ ਨਾਲੋਂ ਇੱਕ ਲੌਂਗ ਟਰਮ ਸੋਚ ਰੱਖ ਕੇ ਚੱਲਣ ਤੇ ਅੱਜ ਤੋਂ ਇਹ ਨਾ ਸੋਚਣ ਕਿ ਪੀਆਰ ਤੱਕ ਕੀ ਕਰਨਾ, ਬਟ ਪੀਆਰ ਤੋਂ ਅੱਗੇ 5 ਸਾਲ 7 ਸਾਲ ਅੱਜ ਤੋਂ ਆਪਣੀ 30 ਸਾਲ ਦੀ ਉਮਰ ਤੱਕ ਇੱਕ ਪਲਾਨ ਬਣਾ ਕੇ ਚੱਲਣ। ਯੂ ਪਾਸ ਦੇ ਵਿੱਚ ਹੈਲਪ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਜੇ ਤੁਸੀਂ ਦੇਖੀਏ ਤੇ ਫਰੋਮ ਦ ਪਾਸਟ ਹਿਸਟਰੀ ਆਲਸੋ ਕਿ ਰਜਾਈਨਾ ਦਾ ਬੱਸ ਪਾਸ ਐਜ਼ ਕੰਪੇਅਰ ਟੂ ਅਦਰ ਸਿਟੀਜ਼ ਇਟਸ ਫਾਰ ਬੈਟਰ ਤੇ ਉਹ ਲਾਈਕ ਇੱਕ ਰਿਚਾਰਜ ਦੇ ਵਿੱਚ ਤੁਹਾਨੂੰ ਫੋਰ ਅ ਸਟੂਡੈਂਟ ਇਟਸ ਲਾਈਕ ਫੋਰ ਵਾਈਟ ਜਿਹੜੇ ਹੁੰਦੇ ਸੀਗੇ ਉਹਦੇ ਬੋਰਡ ਜਿਹੜੇ ਸੀਗੇ ਫੋਰਨ ਇਹਨੂੰ ਆਪਾਂ ਕਹਿੰਦੇ ਆ ਡੋਮੈਸਟਿਕ ਸਟੂਡੈਂਟਸ, ਉਹ ਜ਼ਿਆਦਾਤਰ ਇਹਨੂੰ ਇਲੈਕਟ ਕਰਦੇ ਸੀਗੇ, ਰਨ ਕਰਦੇ ਸੀਗੇ। ਬਟ ਫਰੋਮ ਦ ਪਾਸਟ 5 years ਜਿਵੇਂ ਕਿ ਸਾਡੇ ਇੱਕ ਫਰੋਮ ਅਫਰੀਕਾ ਐਂਡ ਵਨ ਫਰੋਮ ਸਰਦਾਰ ਸਾਡੇ ਫਸਟ ਸੀਗੇ ਗੁਰਜਿੰਦਰ ਸਿੰਘ। ਹਾਂਜੀ, ਅੱਜ ਤੋਂ ਜਿਵੇਂ 4 ਸਾਲ ਪਹਿਲਾਂ ਸੀਗਾ ਤੇ ਅੱਜ ਦੇ ਟਾਈਮ ਦੇ ਵਿੱਚ ਬੜਾ ਫਰਕ ਪੈ ਰਿਹਾ। ਬੱਚੇ ਇੰਟਰਨੈਸ਼ਨਲਸ ਨੇ ਤੇ ਜਿਹੜੇ ਵੀ ਆ ਰਹੇ ਨੇ ਨਵੇਂ, ਉਹ ਇਹ ਚੀਜ਼ 'ਚ ਦੇਖਦੇ ਆ ਕਿ ਕਿਵੇਂ ਉਹਨਾਂ ਕੋਲ ਜਿਹੜੀ ਵੀ ਉਹਨਾਂ ਦੇ ਜਨਰੇਸ਼ਨ ਵਾਲੇ ਬੱਚੇ ਨਵੇਂ ਹਰੇਕ ਸਾਲ ਨਵੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ। ਇੱਥੇ ਇਹ ਫਾਇਦਾ ਹੋ ਜਾਂਦਾ, ਬਟ ਯੂਨੀਵਰਸਿਟੀ ਦੇ ਵਿੱਚ ਡੀਮੈਰਿਟਸ ਇਹੀ ਆਉਂਦਾ ਕਿ ਐਜ਼ ਕੰਪੇਅਰ ਟੂ ਕਾਲਜ ਉਹਨਾਂ ਦੀ ਫੀਸਿਸ ਬਹੁਤ ਜ਼ਿਆਦਾ ਹੁੰਦੀਆਂ ਨੇ। ਚਾਹੇ ਬੱਚਾ ਚੰਗੇ ਘਰੋਂ ਆਵੇ ਭਾਵੇਂ ਮਾੜੇ ਘਰੋਂ ਆਵੇ, ਬਟ ਉਹਦਾ ਇੱਕ ਡ੍ਰੀਮ ਹੁੰਦਾ ਕਿ ਮੁੜ ਕੇ ਪਿੱਛੋਂ ਘਰੇ ਤੰਗ ਨਹੀਂ ਕਰਨਾ ਫੀਸਾਂ ਦੇ ਰਿਲੇਟਡ। ਜਦ 8 ਮਹੀਨੇ ਉਰੇ ਜ਼ਿਆਦਾਤਰ ਸਰਦੀ ਹੀ ਰਹਿੰਦੀ ਹੈਗੀ ਆ, ਤਾਂ ਸਰਦੀਆਂ ਦੇ ਆਉਣ ਦੇ ਨਾਲ ਤਾਂ ਜੌਬ ਪ੍ਰੋਸਪੈਕਟ ਘੱਟ ਜਾਂਦੇ ਨੇ। ਤੇ ਮੈਂ ਬਹੁਤ ਵਾਰ ਵੇਖਿਆ ਕਿ ਬੱਚਿਆਂ ਨੂੰ ਆਵਰਸ ਨਹੀਂ ਮਿਲਦੇ ਉਹਨਾਂ ਦੇ, ਐਂਡ ਫਿਰ ਉਹ ਯੂਨੀਵਰਸਿਟੀ ਆਉਂਦੇ ਨੇ, ਜੌਬਸ ਲੱਭਦੇ ਨੇ, ਨਹੀਂ ਬਣਦਾ ਉਹਨਾਂ ਬੱਚਿਆਂ ਦਾ। ਤਾਂ ਬਾਅਦ ਵਿੱਚ ਜ਼ਿੰਦਗੀ ਸੌਖੀ ਹੋ ਜਾਂਦੀ ਆ, ਬੱਚਾ ਆਪਣੇ ਬਜਟ ਪਲਾਨਸ ਕਰ ਲੈਂਦਾ ਵਧੀਆ, ਉਹ ਡੀਲ ਕਰਦਾ ਕਿ ਕਿਵੇਂ ਦੀਆਂ ਹਾਰਸ਼ ਵੈਦਰ ਕੰਡੀਸ਼ਨਸ ਹੈਗੀਆਂ ਨੇ। ਲਾਈਕ ਮੈਨੂੰ ਲੱਗਦਾ ਕਿ ਵਧੀਆ ਚੀਜ਼ ਹੈਗੀ ਹੈ ਰਜਾਈਨਾ ਸ਼ਹਿਰ ਦੀ ਐਜ਼ ਕੰਪੇਅਰ ਟੂ ਲਾਈਕ ਅਗਰ ਆਪਾਂ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਰੇ ਲਾਈਕ APML ਕਾਈਂਡ ਆਫ ਫਾਰਮੈਟਸ ਫੋਲੋ ਕੀਤੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਬੇਸਿਕ ਜਿਹੜੀ ਉਹ ਪ੍ਰਾਇਮਰੀ ਡਿਫਿਕਲਟ ਲੱਭਦੇ ਨੇ ਤੇ ਤਾਂ ਉਹਦਾ ਆਲਵੇਜ਼ ਸੋਲੂਸ਼ਨ ਲੱਭਦੇ ਰਹਿੰਦੇ ਨੇ। ਜਿਹੜਾ ਬੜਾ ਡਿਫਿਕਲਟ ਹੈ ਤੁਹਾਡਾ ਮੇਜਰ ਜਿਹੜਾ ਬਿਜ਼ਨਸ ਦੇ ਵਿੱਚ ਹੈ, ਤਾਂ ਉਹਦੇ ਨਾਲ ਮੇਜਰਸ ਦੇ ਨਾਲ ਕੋਰਸ ਕਰਦੇ ਨਾਲ ਤੁਹਾਨੂੰ ਕੁਝ ਆਪਸ਼ਨਸ ਦਿੱਤੀ ਜਾਂਦੀ ਹੈ ਕਿ ਜਿਹਦੇ ਵਿੱਚ ਤੁਸੀਂ ਆਪਣੇ ਲਾਈਕ ਸਕਿੱਲਫੁਲ ਜਾਂ ਆਪਣੇ ਹੌਬੀ ਰਿਲੇਟਡ ਤੁਸੀਂ ਕੋਈ ਵੀ ਕੋਰਸ ਕਰ ਸਕਦੇ ਹੋ। ਯੂਜੂਲੀ ਉਹਨਾਂ ਦੇ ਕੋਰਸ ਚੇਂਜਸ ਬਿਜ਼ਨਸ ਫੀਲਡ ਕਰਨੀ ਹੁੰਦੇ ਨੇ, ਆਰਟਸ ਫੀਲਡ ਕਰਨੀ ਹੁੰਦੇ ਨੇ। ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਨੇ? ਸਰਟੀਫਿਕੇਸ਼ਨ ਜਿਹੜੀ ਆਪਾਂ ਕਹਿ ਦਿੰਦੇ ਹਾਂ 2 ਸਾਲ ਦਾ ਡਿਪਲੋਮਾ ਹੋ ਜਾਂਦਾ, ਸਰਟੀਫਿਕੇਸ਼ਨ ਉਹਦੇ ਸਾਲ ਦੀ ਹੁੰਦੀ ਕਾਊਂਟ ਕੀਤੀ ਜਾਂਦੀ ਹੈ। ਹਾਂਜੀ, ਕਿਵੇਂ ਅਸੀਂ ਪੀਆਰ ਲਈ ਆਪਣਾ ਜਿਹੜਾ ਰਸਤਾ ਹਨਾ ਉਹ 'ਚ ਪੱਥਰ ਸਾਡੇ ਘੱਟ ਹੋਣ, ਆਹ ਚੀਜ਼ ਹੋ ਜਾਵੇ, ਆਹ ਚੀਜ਼ ਹੋ ਜਾਵੇ, ਵਰਕ ਪਰਮਿਟ ਤੇ ਆ ਜਾਈਏ, ਪੀਆਰ ਹੋ ਜਾਈਏ, ਕੋਰਸਿਸ ਪੜ੍ਹਾਈ ਘੱਟ ਕਰਨੀ ਪਵੇ। ਜਿਹੜੇ ਕਿ ਅਸੀਂ ਮੇਜਰਲੀ ਫੇਮਸ ਕੀਤੇ ਹੋਏ ਨੇ ਕਿ ਟਰੱਕਿੰਗ ਤੇ ਫੂਡ ਕੋਰਟ, ਤੇ ਉਹਦੇ ਵਿੱਚ ਸਾਨੂੰ ਥੋੜੇ ਜਿਹੇ ਆਪਸ਼ਨਸ ਮਿਲ ਜਾਂਦੇ ਨੇ। ਮਾਸਟਰਸ ਲੈਵਲ ਤੱਕ ਜਾਣਾ ਹੀ ਨਹੀਂ ਚਾਹੁੰਦੇ ਹੈਗੇ, ਉਹ ਸਿਰਫ ਇੱਕ ਕਹਿ ਲਓ ਕਿ ਸਟੈਪਿੰਗ ਸਟੋਨ ਹੈਗਾ ਆ ਉਹਨਾਂ ਨੂੰ ਵਰਕ ਪਰਮਿਟ ਨੂੰ ਲੈ ਕੇ ਜਾਂ ਉਹਨਾਂ ਦੀ ਪੀਆਰ ਨੂੰ ਲੈ ਕੇ। ਤੇ ਇੰਟਰਨੈਸ਼ਨਲ ਸਟੂਡੈਂਟਸ ਉਰੇ ਇਨ ਡਾਈਵਰਸਿਟੀ ਆਉਂਦੇ ਨੇ ਤੇ ਜਿਨ੍ਹਾਂ ਦੇ ਫੋਕਸ ਡਿਫਰੈਂਟ ਹੁੰਦੇ ਨੇ ਤੇ ਉਹ ਵੇਰੀਅਸ ਲਾਈਕ ਸਪੈਸੀਫਿਕ ਫੀਲਡਸ ਦੇ ਵਿੱਚ ਵੀ ਹੁੰਦੇ ਨੇ ਜਾਂ ਵੇਰੀਅਸ ਫੀਲਡਸ ਦੇ ਵਿੱਚ ਵੀ ਹੁੰਦੇ ਨੇ। ਕੈਨੇਡਾ ਦੇ ਵਿੱਚ ਬਹੁਤ ਵਧੀਆ ਅੱਗੇ ਜਾ ਸਕਦੀ ਆ ਜਾਂ ਸਟਿਲ ਲਾਈਕ ਸੇਮ ਹੀ ਹਾਲਾਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਨ ਟਰਮਸ ਆਫ ਜੌਬ ਪਰਸਪੈਕਟਿਵ? ਤੇ ਨਾ ਤਾਂ ਕਈ ਬੱਚੇ ਮੈਂ ਇਹ ਵੀ ਦੇਖਿਆ ਕਿ ਕੋਰਸ ਨਹੀਂ ਦੇਖਦੇ ਤੇ ਨਾ ਉਹ ਦੇਖਦੇ ਕਿ ਉਹਨਾਂ ਦਾ ਮੇਜਰ ਮਾਈਨਰ ਕੀ ਆ ਸਬਜੈਕਟ ਦੇ ਵਿੱਚ। ਇੰਡੀਆ ਦੇ ਹਿਸਾਬ ਦੇ ਨਾਲ ਕਮਾਈ ਬਹੁਤ ਹੀ ਵਧੀਆ, ਆਪਾਂ ਕਹੀ ਕਿ ਲੱਖਾਂ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਿੰਦੇ ਨੇ। ਤਾਂ ਉਹ ਨਿਆਣੀ ਮੱਤ ਦੇ ਵਿੱਚ ਅਗਰ ਆਪਾਂ ਕਹਿ ਲਈਏ ਜਿਹੜੀ ਟੀਨ ਏਜ ਹੈਗੀ ਆ ਉਹਨਾਂ ਦੀ ਇੱਕ ਲਾਈਫ ਸਟਾਈਲ ਦੇ ਵਿੱਚ ਉਹ ਕਿਤੇ ਬੈਟਰ ਸਟੇਬਲ ਹੋ ਜਾਂਦੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਦਮਨਪ੍ਰੀਤ ਕੌਰ ਐਂਡ ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ TV ਚੈਨਲ। Whenever we talk about international students or we get a chance to discuss about their lives, the first 3 things that comes into our minds are their struggles, academics and finances. To have a deeper conversation about these topics, we have in here
Mr. B. Pratap Singh Bans, who is serving as the Vice President of Finance in University of Regina. So first of all, B. Pratap, Sat Shri Akal, how are you? ਸਤਿ ਸ਼੍ਰੀ ਅਕਾਲ, ਧੰਨਵਾਦ ਜੀ। So B. Pratap, ਤੁਸੀਂ Vice President of Finance in University of Regina ਦੇ ਵਿੱਚ ਕੰਮ ਕਰ ਰਹੇ ਹੋ, ਤਾਂ ਸਭ ਹਾਂਜੀ। ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਕੀ ਤੁਹਾਡੇ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਨੇ ਤੁਹਾਡੀ ਪੋਜੀਸ਼ਨ ਦੇ ਰਿਲੇਟਡ। ਜਿਵੇਂ ਕਿ ਮੇਰੇ ਨਾਮ ਦੇ ਵਿੱਚ ਹੀ ਕਲੀਅਰ ਹੁੰਦਾ ਹੈ ਕਿ ਆਪਰੇਸ਼ਨਸ ਤੇ ਫਾਈਨੈਂਸ ਰਿਲੇਟਡ, ਜਿਹੜਾ ਫਾਈਨੈਂਸ ਰਿਲੇਟਡ ਕਿ ਮੇਜਰ ਬਜਟਿੰਗ ਤੇ ਪ੍ਰੀਲਿਮਿਨਰੀ ਬਜਟ ਪ੍ਰੈਜ਼ੈਂਟ ਕਰਨਾ, ਤੇ ਆਪਰੇਸ਼ਨ ਦੇ ਰਿਲੇਟਡ ਇਜ਼ ਕਿ ਲਾਈਕ HR ਆਫ ਦ ਯੂਨੀਅਨ ਤੇ ਐਂਡ ਟੂ ਗਿਵ ਦ ਬੈਟਰ ਸਰਵਿਸਿਜ਼ ਟੂ ਦ ਸਟੂਡੈਂਟਸ। ਓਕੇ, ਸੋ ਤੁਸੀਂ ਹੁਣੀ ਗੱਲ ਕੀਤੀ ਕਿ ਸਟੂਡੈਂਟਸ ਨੂੰ ਸਰਵਿਸਿਜ਼ ਦੇਣੀਆਂ, ਰਾਈਟ? ਤਾਂ ਹਾਂਜੀ। ਤੁਸੀਂ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ ਐਂਡ ਤੁਸੀਂ ਐਗਜ਼ੈਕਟਿਵ ਪੋਜੀਸ਼ਨ ਤੇ ਹੈਗੇ ਹੋ ਯੂਨੀਵਰਸਿਟੀ ਆਫ ਰਜਾਈਨਾ ਦੇ ਵਿੱਚ। ਤਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਲਾਈਕ ਅਗਰ ਆਪਾਂ ਗੱਲ ਕਰੀਏ, ਚਾਹੇ ਉਹ ਪੰਜਾਬੀ ਕਮਿਊਨਿਟੀ ਹੋਵੇ ਚਾਹੇ ਗੁਜਰਾਤੀ ਕਮਿਊਨਿਟੀ ਹੋਵੇ, ਹਾਂਜੀ। ਤਾਂ ਤੁਹਾਡੀ ਪੋਜੀਸ਼ਨ ਦੇ ਕੀ ਫਾਇਦੇ ਨੇ ਲਾਈਕ ਇੰਟਰਨੈਸ਼ਨਲ ਸਟੂਡੈਂਟਸ ਨੂੰ? ਲਾਈਕ ਤੁਸੀਂ ਕੀ ਆਫਰ ਕਰਦੇ ਹੋ ਇੰਟਰਨੈਸ਼ਨਲ ਸਟੂਡੈਂਟਸ ਨੂੰ? ਮੇਰਾ ਮੋਸਟਲੀ ਰੋਲ ਮੂਰੇ ਰਹਿ ਕੇ ਕੰਮ ਕਰਨ ਦੇ ਨਾਲੋਂ ਬਟ ਬੈਕ ਐਂਡ ਕੰਮ ਕਰਨ ਦਾ ਹੈ ਕਿ ਮੈਂ ਬੈਟਰ ਉਹਨਾਂ ਨੂੰ, ਜਿਹੜੀ ਉਹਨਾਂ ਦੀ ਫੀਸ ਲਿੱਤੀ ਜਾਂਦੀ ਆ ਫਰੋਮ ਦ ਯੂਨੀਵਰਸਿਟੀ ਫੀਸ ਪਰ ਕੋਰਸ ਜਿਹੜਾ ਵੀ ਹੁੰਦਾ, ਅਤੇ ਉਹਦੇ ਵਿੱਚੋਂ ਉਹਨਾਂ ਨੂੰ ਬੈਟਰ ਆਪਰੇਸ਼ਨਸ ਦੇ ਵਿੱਚ ਕਿਵੇਂ ਉਹਨਾਂ ਨੂੰ ਬੈਟਰ ਹੈਲਥ ਐਂਡ ਡੈਂਟਲ ਪਲਾਨ, ਕਿਵੇਂ ਉਹਨਾਂ ਨੂੰ ਬੈਟਰ ਯੂ ਪਾਸ ਦੇ ਵਿੱਚ ਹੈਲਪ ਕੀਤੀ ਜਾਵੇ, ਤਾਂ ਕਿ ਉਹਨਾਂ ਨੂੰ ਜੇ ਅਸੀਂ ਦੇਖੀਏ ਤੇ ਫਰੋਮ ਦ ਪਾਸਟ ਹਿਸਟਰੀ ਆਲਸੋ ਕਿ ਰਜਾਈਨਾ ਦਾ ਬੱਸ ਪਾਸ ਐਜ਼ ਕੰਪੇਅਰ ਟੂ ਅਦਰ ਸਿਟੀਜ਼ ਇਟਸ ਫਾਰ ਬੈਟਰ, ਅਤੇ ਉਹ ਲਾਈਕ ਇੱਕ ਰਿਚਾਰਜ ਦੇ ਵਿੱਚ ਤੁਹਾਨੂੰ ਫੋਰ ਅ ਸਟੂਡੈਂਟ ਇਟਸ ਲਾਈਕ ਫੋਰ 4 months ਫੋਰ 1 semester, ਅਤੇ ਉਹਦੇ ਵਿੱਚ ਬੈਟਰ ਕਿਵੇਂ ਦੇ ਸਕਦਾ ਹੈ। ਅਤੇ ਮੋਸਟਲੀ ਮੇਰਾ ਕੰਮ ਬਾਕੀ ਐਗਜ਼ੈਕਟਿਵਸ ਦੇ ਨਾਲ ਰਲ ਕੇ ਅਤੇ ਉਹਨਾਂ ਦੇ ਜਿਵੇਂ ਵੀ ਪ੍ਰੋਜੈਕਟਸ ਨੇ ਉਹਨਾਂ ਨੂੰ ਕਿਵੇਂ in the manner of finance or in the manner of operations ਕਿਵੇਂ ਉਹਨਾਂ ਨੂੰ ਬੈਟਰ ਸਟਾਰਟਅਪ ਕਰਨਾ ਹੈ, ਅਤੇ ਕਿਵੇਂ ਉਹਨਾਂ ਨੂੰ from the pilot program to the main program ਕਿਵੇਂ ਉਹਨਾਂ ਨੂੰ ਗਿਵ ਅਪ ਦੇਣਾ। ਓਕੇ, ਸੋ ਵੈਰੀ ਨਾਈਸ। ਤਾਂ ਮੈਂ ਜਿਵੇਂ ਕਿ ਲਾਈਕ ਮੈਂ ਐਗਜ਼ੈਕਟਿਵਸ ਦਾ ਪੋਰਟਫੋਲੀਓ ਦੇਖ ਰਹੀ ਸੀ ਸਟੂਡੈਂਟ ਯੂਨੀਅਨ ਦਾ, ਤਾਂ ਮੈਂ ਦੇਖਿਆ ਕਿ ਬਹੁਤ ਹੀ ਡਾਇਵਰਸਿਟੀ ਹੈਗੀ ਆ ਐਗਜ਼ੈਕਟਿਵ ਪੋਜੀਸ਼ਨਸ ਦੇ ਵਿੱਚ, ਐਂਡ ਯੂ ਆਰ ਲਾਈਕ ਓਨਲੀ ਲਾਈਕ ਸਰਦਾਰ ਫਰੋਮ ਸਿੱਖ ਕਮਿਊਨਿਟੀ ਇਨ ਦ ਐਗਜ਼ੈਕਟਿਵ ਪੋਜੀਸ਼ਨ। ਤਾਂ ਮੈਂ ਜਾਣਨਾ ਚਾਹੂੰਗਾ ਕਿ ਤੁਹਾਡੇ ਲਈ ਕਿੰਨਾ ਕੁ ਮੁਸ਼ਕਿਲ ਸੀਗਾ ਲਾਈਕ ਐਜ਼ ਅ ਲੀਡਰ ਇਸ ਪੋਜੀਸ਼ਨ ਤੇ ਪਹੁੰਚਣਾ, ਜਾਂ ਤੁਸੀਂ ਕਿਸ ਤਰੀਕੇ ਦੇ ਸਟਰਗਲਸ ਫੇਸ ਕੀਤੇ ਲਾਈਕ ਵਾਈਸ ਪ੍ਰੈਜ਼ੀਡੈਂਟ ਬਣਨ ਦੇ ਲਈ? ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਟਰਗਲ ਫੇਸ ਕੀਤੇ ਨੇ ਸਾਡੀ ਸਰਦਾਰ ਸਿੱਖ ਕਮਿਊਨਿਟੀ ਦੇ ਵਿੱਚੋਂ ਜਾਂ ਇੰਡੀਅਨ ਕਮਿਊਨਿਟੀ ਦੇ ਵਿੱਚੋਂ ਆ ਕੇ ਉਹਨਾਂ ਨੇ ਇੱਕ ਕਹਿ ਸਕਦੇ ਹਾਂ ਕਿ ਇੱਕ ਕਲਰ ਬ੍ਰੇਕ ਕੀਤਾ ਕਿ ਪਹਿਲਾਂ ਇਸ ਯੂਨੀਅਨ ਦੇ ਵਿੱਚ ਮੋਸਟਲੀ ਅੱਜ ਤੋਂ 5 ਸਾਲ ਤੋਂ ਪਹਿਲਾਂ ਵਾਈਟ ਜਿਹੜੇ ਹੁੰਦੇ ਸੀਗੇ ਉਹਦੇ ਦੇ ਬੋਰਨ ਜਿਹੜੇ ਸੀਗੇ ਫੋਰਨ, ਇਹਨੂੰ ਆਪਾਂ ਕਹਿੰਦੇ ਆ ਡੋਮੈਸਟਿਕ ਸਟੂਡੈਂਟਸ, ਉਹ ਜ਼ਿਆਦਾਤਰ ਇਹਨੂੰ ਇਲੈਕਟ ਕਰਦੇ ਸੀਗੇ, ਰਨ ਕਰਦੇ ਸੀਗੇ। ਬਟ ਫਰੋਮ ਦ ਪਾਸਟ 5 years ਜਿਵੇਂ ਕਿ ਸਾਡੇ ਇੱਕ ਫਰੋਮ ਅਫਰੀਕਾ ਐਂਡ ਵਨ ਫਰੋਮ ਸਰਦਾਰ ਸਾਡੇ ਫਸਟ ਸੀਗੇ ਗੁਰਜਿੰਦਰ ਸਿੰਘ, ਅਤੇ ਜਿਨ੍ਹਾਂ ਨੇ ਆ ਕੇ ਇੱਕ ਉਹ ਬ੍ਰੇਕ ਕੀਤੀ ਚੇਨ, ਅਤੇ ਉਹ ਤੋਂ ਬਾਅਦ ਉਹਨਾਂ ਨੇ ਇੱਕ ਇੰਟਰਨੈਸ਼ਨਲ ਸਟੂਡੈਂਟਸ ਇਸ ਯੂਨੀਅਨ ਦੇ ਵਿੱਚ ਬੜੇ, ਅਤੇ ਉਹਨਾਂ ਦੇ ਇੱਕ ਜਿਹੜੇ ਪ੍ਰੋਬਲਮਸ ਅਤੇ ਇਸ਼ੂਜ਼ ਆ ਉਹਨਾਂ ਨੂੰ ਉੱਪਰ ਲੈ ਕੇ ਆਏ ਅਤੇ ਉਹਨਾਂ ਦੇ ਉੱਪਰ ਕੰਮ ਕੀਤਾ, ਅਤੇ ਉਹ ਤੋਂ ਬਾਅਦ ਜਿਵੇਂ ਵੀ ਹੁਣ ਸਰਵਿਸਿਜ਼ ਕ੍ਰੀਏਟ ਹੁੰਦੀਆਂ ਨੇ ਅਤੇ ਉਹਦੇ ਵਿੱਚ ਮੇਜਰਲੀ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜਿਹੜੀ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਪ੍ਰਾਇਓਰਟੀ ਬੇਸਿਸ 'ਤੇ ਦੇਖਿਆ ਜਾਂਦਾ ਹੈ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਆਪਾਂ ਨੂੰ ਜੋ ਮਤਲਬ ਮੇਰੇ ਜਿੰਨੇ ਵੀ ਸਵਾਲ ਨੇ ਯੂਜਲੀ ਲਾਈਕ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਲਾਈਕ ਫੋਕਸਡ ਨੇਗੇ, ਜਿਵੇਂ ਕਿ ਤੁਸੀਂ ਹੁਣ ਲਾਈਕ ਐਜ਼ ਐਗਜ਼ੈਕਟਿਵ ਸਰਵ ਕਰ ਰਹੇ ਹੋ, ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਈਕ ਇਨ ਨੀਅਰ ਫਿਊਚਰ ਆਪਣੀ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈਗੀ ਆ ਆਪਣੀ ਇਹਨਾਂ ਪੋਜੀਸ਼ਨਸ ਤੇ ਲਾਈਕ ਤੁਸੀਂ ਹੋਰ ਮਤਲਬ ਸਟੂਡੈਂਟਸ ਵੇਖਦੇ ਹੋ ਇੰਟਰਨੈਸ਼ਨਲ ਸਟੂਡੈਂਟਸ ਲਾਈਕ ਔਨ ਦਿਸ ਪੋਜੀਸ਼ਨ? ਹਾਂਜੀ, ਅੱਜ ਤੋਂ ਜਿਵੇਂ 4 ਸਾਲ ਪਹਿਲਾਂ ਸੀਗਾ ਅਤੇ ਅੱਜ ਦੇ ਟਾਈਮ ਦੇ ਵਿੱਚ ਬੜਾ ਫਰਕ ਪੈ ਰਿਹਾ। ਬੱਚੇ ਇੰਟਰਨੈਸ਼ਨਲਸ ਨੇ ਅਤੇ ਜਿਹੜੇ ਵੀ ਆ ਰਹੇ ਨੇ ਨਵੇਂ, ਉਹ ਇਹ ਚੀਜ਼ 'ਚ ਦੇਖਦੇ ਆ ਕਿ ਕਿਵੇਂ ਉਹਨਾਂ ਕੋਲ ਜਿਹੜੀ ਵੀ ਉਹਨਾਂ ਦੇ ਜਨਰੇਸ਼ਨ ਵਾਲੇ ਬੱਚੇ ਨਵੇਂ, ਹਰੇਕ ਸਾਲ ਨਵੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ, ਨਵੀਂ ਜਨਰੇਸ਼ਨ ਨਵੀਂ ਪ੍ਰੋਬਲਮ, ਅਤੇ ਉਹ ਆਉਂਦੇ ਨੇ ਕਿ ਕਿਵੇਂ ਉਹਨੂੰ ਡੀਲ ਕਰ ਸਕੀਏ। ਅਤੇ ਕਈ ਉਹਨਾਂ ਦੇ ਵਿੱਚੋਂ ਜਿਵੇਂ ਕਹਿ ਸਕਦੇ ਹਾਂ ਕਿ ਲੀਡਰਸ਼ਿਪ ਸਕਿੱਲਸ ਵਾਲੇ ਵੀ ਕਈ ਹੁੰਦੇ ਨੇ ਸਾਰਿਆਂ ਦੇ ਵਿੱਚੋਂ, ਅਤੇ ਜਿਹੜੇ ਜ਼ਿਆਦਾ ਉਹਦੇ ਵਿੱਚ ਦੇਖਦੇ ਨੇ ਤਾਂ ਫਿਰ ਉਹ ਆਪਣਾ ਇੱਕ ਮਨ ਬਣਾਉਂਦੇ ਨੇ, ਇਸ਼ੂਜ਼ ਕਲੈਕਟ ਕਰਦੇ ਨੇ, ਤਾਂ ਫਿਰ ਉਹ ਇੱਕ ਵੇ ਦੇਖਦੇ ਨੇ ਕਿਵੇਂ ਉਹਨਾਂ ਨੂੰ ਅਪਰਾਈਜ਼ ਕਰਦੇ ਨੇ। ਤਾਂ ਓਬਵੀਅਸਲੀ ਉਹ ਤੋਂ ਬਾਅਦ ਜਿਵੇਂ ਅਸੀਂ ਆਲ ਓਵਰ ਕੈਨੇਡਾ ਵੀ ਦੇਖਦੇ ਹਾਂ ਤਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਆ ਸਟੂਡੈਂਟ ਪੋਲੀਟਿਕਸ ਦੇ ਵਿੱਚ ਵਧੀਆ ਗਰੋ ਕਰ ਰਹੇ ਨੇ ਅਤੇ ਵਧੀਆ ਕੰਮ ਕਰ ਰਹੇ ਨੇ, ਅਤੇ ਇੰਟਰਨੈਸ਼ਨਲਸ ਲਈ ਵਧੀਆ ਇੱਕ ਐਡਵੋਕੇਸੀ ਕਰ ਰਹੇ ਨੇ ਉਹਨਾਂ ਦੇ ਪ੍ਰੋਬਲਮਸ ਦੇ ਰਿਲੇਟਡ। ਓਕੇ, ਜਿਵੇਂ ਕਿ ਹੁਣ ਆਪਾਂ ਸਟੂਡੈਂਟਸ ਦੇ ਪ੍ਰੋਬਲਮਸ ਦੀ ਗੱਲ ਕਰ ਰਹੇ ਹਾਂ, ਤਾਂ ਜੋ ਪਹਿਲੀ ਚੀਜ਼ ਆਪਣੇ ਮਨ ਦੇ ਵਿੱਚ ਆਉਂਦੀ ਹੈ ਜਾਂ ਆਪਾਂ ਯੂਜਲੀ ਆਪਾਂ ਡਿਸਕਸ ਕਰਦੇ ਹਾਂ, ਚਾਹੇ ਆਪਾਂ ਇੰਡੀਆ ਤੋਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਆਉਣ ਬਾਰੇ ਸੋਚੀਏ, ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਆਪਣੇ ਫਾਈਨੈਂਸਿਸ ਹੁੰਦੇ ਨੇ। ਹਾਂਜੀ, ਜਿਵੇਂ ਕਿ ਯੂਨੀਵਰਸਿਟੀ 'ਚ ਬੱਚੇ ਪੜ੍ਹਦੇ ਨੇ, ਕੁਝ ਬੱਚੇ ਕਾਲਜਿਸ ਨੂੰ ਚੂਜ਼ ਕਰਦੇ ਨੇ,
ਐਜ਼ ਕੰਪੈरेटिवली ਤਾਂ ਜਿਹੜੀ ਯੂਨੀਵਰਸਿਟੀਜ਼ ਦੀ ਫੀਸ ਹੁੰਦੀ ਆ ਉਹ ਦੇਖਿਆ ਗਿਆ ਕਿ ਜ਼ਿਆਦਾ ਹੁੰਦੀ ਆ, ਰਾਈਟ? ਹਾਂਜੀ। ਲਾਈਕ ਤੁਹਾਨੂੰ ਕੀ ਲੱਗਦਾ ਆ ਕਿ ਜੋ ਬੱਚੇ ਯੂਨੀਵਰਸਿਟੀ ਦੇ ਵਿੱਚ ਆਉਂਦੇ ਨੇ, ਹਾਊ ਡੂ ਦੇ ਮੈਨੇਜ देयर ਫਾਈਨੈਂਸ਼ੀਅਲਸ? ਲਾਈਕ ਜਿਵੇਂ ਦੋਵੇਂ ਪਾਸੇ ਇੱਕ ਕਹਿ ਸਕਦੇ ਹਾਂ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਹੈੱਡ ਤੇ ਟੇਲ, ਉਵੇਂ ਯੂਨੀਵਰਸਿਟੀ ਤੇ ਕਾਲਜ ਦੇ ਫਾਇਦੇ ਵੀ ਅੱਡ-ਅੱਡ ਨੇ ਤੇ ਨੁਕਸਾਨ ਵੀ ਅੱਡ-ਅੱਡ ਨੇ, ਰਾਈਟ? ਤੇ ਉਵੇਂ ਕਾਲਜਸ ਦੇ ਇਹ ਫਾਇਦਾ ਨੇ ਕਿ ਉੱਥੇ ਇੱਕ ਥੋੜੀ ਜਿਹੀ ਤੁਹਾਨੂੰ ਫੀਸ ਘੱਟ ਮਿਲਦੀ, ਇੱਕ ਪਾਰਟਿਕੂਲਰ ਉਹ ਪ੍ਰੋਪਰ ਡਿਊਰੇਸ਼ਨ ਦਾ ਕੋਰਸ ਹੁੰਦਾ, ਜਿਵੇਂ ਸਾਡੇ ਸਾਸਕ ਪੋਲੀ ਨਾਲ ਹੀ ਹੈ, ਸਾਸਕ ਪੋਲੀ ਆਫ ਰਜਾਈਨਾ। ਤੇ ਉਵੇਂ ਉੱਥੇ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਉੱਥੇ ਡੀਮੈਰਿਟਸ ਡਿਸਐਡਵਾਂਟੇਜਸ ਦੇ ਵਿੱਚ ਇਹ ਪੁਆਇੰਟ ਆਉਂਦਾ ਹੈ ਕਿ ਉਹ ਐਜ਼ ਅ ਸਕੂਲ ਟਾਈਮ ਉਹਨਾਂ ਨੂੰ ਜਿੱਦਾਂ 8 to 2 ਪਾਰਟਿਕੂਲਰ ਕਲਾਸਿਸ ਲਾਉਣੀਆਂ ਪੈਂਦੀਆਂ ਨੇ, ਲਾਈਕ ਪੀਰੀਅਡ ਵਾਈਜ਼ ਕਲਾਸਿਸ ਹੁੰਦੀਆਂ ਨੇ। ਬਟ ਉੱਥੇ ਜਿਵੇਂ ਇੰਟਰਨੈਸ਼ਨਲ ਆਉਂਦੇ ਨੇ, ਉਹਨਾਂ ਨੂੰ ਫੀਸ ਇਕੱਠੀ ਕਰਨੀ ਹੁੰਦੀ ਹੈ। ਕੰਮ ਇੱਕ ਤਾਂ ਕੰਮ ਦੀ ਬਿਕੋਜ਼ ਆਫ ਇਨਫਲੇਸ਼ਨ ਤੇ ਰਿਸੈਸ਼ਨ ਕੰਮ ਦੀ ਬੜੀ ਮਾਰ ਪਈ ਹੋਈ ਹੈ। ਤੇ ਉਸ ਤੋਂ ਬਾਅਦ ਬੱਚੇ ਜਿਵੇਂ ਵੀ ਉਹਨਾਂ ਨੂੰ ਸ਼ਿਫਟਾਂ ਕਿਤੇ ਫਲੈਕਸੀਬਲ, ਮਤਲਬ ਉਹਨਾਂ ਨੂੰ ਸਕੈਜੂਲ ਉਹਨਾਂ ਦਾ ਫਲੈਕਸੀਬਲ ਚਾਹੀਦਾ, ਜੇ ਉਹ ਇੱਕ ਸਕੂਲ ਟਾਈਮ ਦੇ ਵਿੱਚ ਦਿਨੇ ਨਹੀਂ ਦੇ ਸਕਦੇ ਅਪ ਦਾ ਟਾਈਮ, ਤਾਂ ਫਿਰ ਉਹ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਉਹਨਾਂ ਨੂੰ ਆਪਣਾ ਇੱਕ ਲਾਈਫ ਸਟਾਈਲ ਕੋਸਟ ਕੱਢਣੀ। ਤੇ ਉਵੇਂ ਯੂਨੀਵਰਸਿਟੀ 'ਚ ਇਹ ਫਾਇਦਾ ਹੈ ਕਿ ਤੁਹਾਨੂੰ ਇੱਕ ਕਲਾਸਿਸ ਪਾਰਟਿਕੂਲਰ ਚੱਕਣੀਆਂ ਪੈਂਦੀਆਂ, ਕਈ ਵਾਰੀ ਉਹ ਤੁਹਾਡੇ ਕੰਮ ਦੇ ਰਿਲੇਟਡ ਨਹੀਂ ਫਿੱਟ ਬਹਿੰਦੀਆਂ, ਤਾਂ ਉਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਆਪਸ਼ਨਸ ਹੁੰਦੀਆਂ ਨੇ ਕਿ ਜੇ ਤੁਸੀਂ ਮਾਰਨਿੰਗ ਕਲਾਸ ਨਹੀਂ ਚੱਕ ਸਕਦੇ ਤਾਂ ਈਵਨਿੰਗ ਕਲਾਸ ਜਾਂ ਮਿਡ ਡੇ ਕਲਾਸ ਤੁਸੀਂ ਲੈ ਸਕਦੇ ਹੋ। ਇੱਥੇ ਇਹ ਫਾਇਦਾ ਹੋ ਜਾਂਦਾ। ਬਟ ਯੂਨੀਵਰਸਿਟੀ ਦੇ ਵਿੱਚ ਡੀਮੈਰਿਟਸ ਇਹੀ ਆਉਂਦਾ ਕਿ ਐਜ਼ ਕੰਪੇਅਰ ਟੂ ਕਾਲਜ ਉਹਨਾਂ ਦੀ ਫੀਸਿਸ ਬਹੁਤ ਜ਼ਿਆਦਾ ਹੁੰਦੀਆਂ ਨੇ, ਲਾਈਕ ਨੋਟ ਦੈਟ ਮਚ, ਬਟ ਕਿਤੇ ਨਾ ਕਿਤੇ ਪਰਸੈਂਟੇਜਸ ਦੇ ਵਿੱਚ ਦੇਖੀਏ ਤਾਂ ਫਰਕ ਪੈ ਜਾਂਦਾ, ਜਿਹੜਾ ਕਿ ਕਲੈਕਟ ਕਰਨੀਆਂ ਯੂਨੀਵਰਸਿਟੀ ਦੇ ਵਿੱਚ ਔਖੀਆਂ ਹੁੰਦੀਆਂ ਤੇ ਕਾਲਜ 'ਚ ਬੱਚੇ ਕਿਤੇ ਔਖੀ ਸੌਖੀ ਮੈਨੇਜ ਕਰ ਦਿੰਦੇ ਉਹ ਚੀਜ਼ਾਂ। ਤੇ ਜਿਵੇਂ ਕਿ ਹੁਣ ਆਪਾਂ ਫੀਸ ਕਲੈਕਟ ਕਰਨ ਦੀ ਗੱਲ ਕਰ ਰਹੇ ਹਾਂ, ਤਾਂ ਬੇਸਿਕਲੀ ਜੋ ਸਟੂਡੈਂਟਸ ਕੋਲ ਫਸਟ ਈਅਰ ਦੇ ਵਿੱਚ ਆਪਸ਼ਨ ਹੁੰਦੀ ਹੈ ਕਿ ਉਹ GIC ਯੂਜ਼ ਕਰ ਲੈਂਦੇ ਨੇ ਐਂਡ ਪਾਰਟ ਟਾਈਮ ਜੌਬ ਵੀ ਕਰਦੇ ਨੇ। ਬਟ ਇਨ ਦੇਅਰ ਸੈਕੰਡ ਈਅਰ ਆਫ ਦੇਅਰ ਸਟੱਡੀਜ਼, ਰਾਈਟ, ਜਦ GIC ਵੀ ਨਹੀਂ ਹੁੰਦੀ ਐਂਡ ਸਿਰਫ ਉਹਨਾਂ ਦਾ ਇੱਕੋ ਹੀ ਲਾਈਕ ਡਿਪੈਂਡੈਂਸੀ ਰਹਿ ਜਾਂਦੀ ਹੈ ਉਹਨਾਂ ਦੀ ਪਾਰਟ ਟਾਈਮ ਜੌਬ ਤੇ, ਜਿਹਦੇ ਕਿ ਆਪਾਂ ਨੂੰ ਪਤਾ ਹੈ ਕਿ ਲਾਈਕ ਮੈਂ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਹੈਗੀ ਹਾਂ ਐਂਡ ਆਪਾਂ ਨੂੰ ਵੀ ਪਤਾ ਕਿ ਫਲੈਕਸੀਬਿਲਿਟੀ ਆਫ ਸਕੈਜੂਲ ਦੇ ਕਰਕੇ ਆਵਰਸ ਨਹੀਂ ਮਿਲਦੇ। ਤਾਂ ਤੁਹਾਨੂੰ ਕੀ ਲੱਗਦਾ ਕਿ ਬੱਚੇ ਇਸ ਚੀਜ਼ ਨੂੰ ਮੈਨੇਜ ਕਿੱਦਾਂ ਕਰਦੇ ਨੇ? ਕਿ ਮੇਰੇ ਵੱਲੋਂ ਇੱਕ ਸੁਜੈਸ਼ਨ ਕਹਿ ਸਕਦੇ ਹੋ ਕਿ ਜੇ ਤੁਸੀਂ ਆਂਦੀ ਸਾਰ ਟਰਾਈ ਕਰੋ, ਸਾਰੇ ਕਰਦੇ ਨੇ, ਕਿ ਬਾਕੀ ਲੱਕ ਮੈਟਰ ਕਰਦਾ ਹੈ ਕਿ ਜੇ ਤੁਹਾਨੂੰ ਆਂਦੀ ਸਾਰ ਵਧੀਆ ਕੰਮ ਮਿਲ ਜਾਵੇ ਤੇ ਤੁਸੀਂ ਵੱਧ ਤੋਂ ਵੱਧ ਆਪਣੀ GIC ਨੂੰ ਕਿਸੇ ਦੇ ਮਗਰ ਲੱਗ ਕੇ ਖਰਚਣ ਦੇ ਨਾਲੋਂ ਉਹਨੂੰ ਬਚਾਓ, ਤਾਂ ਕਿ ਤੁਸੀਂ ਐਟਲੀਸਟ ਇੱਕ ਸਮੈਸਟਰ ਦੀ ਜਾਂ 1.5 ਸਮੈਸਟਰ ਦੀ ਤੁਸੀਂ ਫੀਸ ਗੈਦਰ ਅਪ ਕਰ ਸਕੀਏ। ਤੇ ਜੇ ਤੁਸੀਂ ਆਂਦੀ ਸਾਰ ਵੀ ਮਹੀਨੇ 2 ਮਹੀਨੇ ਵਿੱਚ ਤੁਸੀਂ ਕੰਮ ਲੱਭਦੇ ਹੋ ਤਾਂ ਤੁਸੀਂ ਕਰਕੇ ਤੁਸੀਂ ਕਿਤੇ ਨਾ ਕਿਤੇ ਆਪਣੇ 2 ਸਮੈਸਟਰ ਤੱਕ ਤੁਸੀਂ ਆਪਣਾ ਬੈਕਅਪ ਤੁਸੀਂ ਕ੍ਰੀਏਟ ਕਰ ਸਕਦੇ ਹੋ ਵਿਦ ਦ GIC। ਤੇ ਅਨਦਰ ਥਿੰਗ ਇਜ਼ ਕਿ ਆਪਣੇ ਖਰਚੇ ਨੂੰ ਤੁਸੀਂ ਇੱਕ ਬਜਟ ਬਣਾਓ, ਤੇ ਕਿਉਂਕਿ ਮੋਸਟਲੀ ਸਟੂਡੈਂਟਸ ਯੰਗ ਏਜ ਟੀਨੇਜ 'ਚ ਆਉਂਦੇ ਨੇ ਤੇ ਉਹਨਾਂ ਨੂੰ ਖਰਚੇ ਦਾ ਪਤਾ ਨਹੀਂ ਹੁੰਦਾ, ਤੇ ਉਹ ਇੱਕਦਮ ਲਾਈਕ ਪੈਸੇ ਜਿਹੜੇ GIC 'ਚ ਹੁੰਦੇ ਆ, ਇੱਕ ਫਰੀडम ਮਿਲਦੀ ਹੈ ਖਰਚਣ ਦੀ, ਤਾਂ ਉਹ ਬਿਨਾਂ ਸੋਚੇ ਸਮਝੇ ਕਿਸੇ ਦੇ ਮਗਰ ਲਾ ਕੇ ਲਾ ਦਿੰਦੇ ਨੇ। ਤਾਂ ਬਟ ਬੈਟਰ ਹੈ ਕਿ ਤੁਸੀਂ ਆ ਕੇ ਇੱਕ ਆਪਣਾ ਬਜਟ ਬਣਾਓ ਤੇ ਉਹ ਬਜਟ ਦੇ ਵਿੱਚ ਕਿਤੇ ਤੁਸੀਂ ਕੱਟਸ ਕਰ ਸਕਦੇ ਹੋ, ਉੱਥੇ ਕੱਟਸ ਕਰਕੇ ਆਪਣਾ ਮੰਥਲੀ ਬਜਟ ਘੱਟ ਕਰਕੇ ਜੇ ਤੁਸੀਂ ਕੰਮ ਵੀ ਕਰਦੇ ਹੋ ਤਾਂ ਉਹਨੂੰ ਸੇਵਿੰਗਸ ਗੁੱਡ ਰੱਖੋ ਆਪਣੀਆਂ, ਕਿਉਂਕਿ ਬੜੇ ਸ਼ੌਂਕ ਤਾਂ ਬਾਅਦ 'ਚ ਵੀ ਪੁੱਗ ਜਾਂਦੇ ਹੁੰਦੇ ਨੇ। ਬਟ ਜੇ ਤੁਸੀਂ ਹੁਣ ਦੇਖੀਏ ਫੀਸਾਂ ਸਾਡੇ ਲਈ ਸਭ ਤੋਂ ਪਹਿਲੀਆਂ ਨੇ, ਤੇ ਚਾਹੇ ਬੱਚਾ ਚੰਗੇ ਘਰੋਂ ਆਵੇ ਭਾਵੇਂ ਮਾੜੇ ਘਰੋਂ ਆਵੇ, ਬਟ ਉਹਦਾ ਇੱਕ ਡ੍ਰੀਮ ਹੁੰਦਾ ਕਿ ਮੁੜ ਕੇ ਪਿੱਛੋਂ ਘਰੇ ਤੰਗ ਨਹੀਂ ਕਰਨਾ ਫੀਸਾਂ ਦੇ ਰਿਲੇਟਡ। ਤੇ ਉਹ ਇੱਕ ਏਜ ਐਵੇਂ ਦੀ ਹੁੰਦੀ ਹੈ ਕਿ ਉਹਦੇ ਵਿੱਚ ਉਹ ਇੱਕ ਮੈਂਟਲ ਸੈਟਅਪ ਬਣੀ ਜਾਂਦਾ, ਤਾਂ ਕਰਕੇ ਬੈਟਰ ਹੈ ਕਿ ਬੱਚਿਆਂ ਦੀ ਇੱਕ ਸੁਜੈਸ਼ਨਸ ਹੈ ਜਿਹੜੇ ਨਵੇਂ ਆਉਂਦੇ ਨੇ ਕਿ ਉਹ ਇੱਕ ਆਪਣੇ ਬਜਟ ਦੇ ਵਿੱਚ ਬਣਾ ਕੇ ਵਧੀਆ ਰੱਖਣ ਕਿ ਕਿਵੇਂ ਪੁਆਇੰਟਸ ਉਹਨਾਂ ਦੇ ਕਿੱਥੇ ਘੱਟ, ਜਿਹਦੇ ਨਜਾਇਜ਼ ਖਰਚੇ ਨੇ ਉਹਨਾਂ ਨੂੰ ਘਟਾਉਣ। ਕਿਉਂਕਿ ਇੱਕ ਤਾਂ ਜੇ ਤੁਸੀਂ ਰਜਾਈਨਾ ਦੇ ਵਿੱਚ ਵੀ ਆਉਂਦੇ ਹੋ, ਉਰੇ ਐਜ਼ ਕੰਪੇਅਰ ਟੂ ਅਦਰ ਸਿਟੀਜ਼ ਉਰੇ ਵੇਜਸ ਵੀ ਘੱਟ ਨੇ ਤੇ ਇੱਕ ਵੈਦਰ ਦੀ ਮਾਰ ਵੀ ਬੜੀ ਪੈਂਦੀ ਹੈ, ਤਾਂ ਉਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ। ਜਿਵੇਂ ਕਿ ਤੁਸੀਂ ਵੈਦਰ ਦੀ ਗੱਲ ਕੀਤੀ, ਜਦ ਵੀ ਆਪਾਂ ਰਜਾਈਨਾ ਸ਼ਹਿਰ ਦੀ ਗੱਲ ਕਰਦੇ ਹਾਂ, ਜਿਵੇਂ ਕਿ ਤੁਸੀਂ 2 ਫੈਕਟਰਸ ਹੁਣੀ ਆਪਾਂ ਡਿਸਕਸ ਕੀਤੇ, ਇੱਕ ਤਾਂ ਉਹਦੀ ਵੇਜ ਘੱਟ ਹੈਗੀ ਆ, ਰਾਈਟ, ਦ ਸੈਕੰਡ ਇਜ਼ ਵੈਦਰ। ਹਾਂਜੀ, ਜਿਵੇਂ ਕਿ 4 ਮਹੀਨੇ ਗਰਮੀ ਪੈਂਦੀ ਆ ਤੇ 8 ਮਹੀਨੇ ਉਰੇ ਜ਼ਿਆਦਾਤਰ ਸਰਦੀ ਹੀ ਰਹਿੰਦੀ ਹੈਗੀ ਆ, ਤਾਂ ਸਰਦੀਆਂ ਦੇ ਆਉਣ ਦੇ ਨਾਲ ਤਾਂ ਜੌਬ ਪ੍ਰੋਸਪੈਕਟ ਘੱਟ ਜਾਂਦੇ ਨੇ। ਤੇ ਮੈਂ ਬਹੁਤ ਵਾਰ ਵੇਖਿਆ ਕਿ ਬੱਚਿਆਂ ਨੂੰ ਆਵਰਸ ਨਹੀਂ ਮਿਲਦੇ ਉਹਨਾਂ ਦੇ ਐਂਡ ਫਿਰ ਉਹ ਯੂਨੀਵਰਸਿਟੀ ਆਉਂਦੇ ਨੇ, ਜੌਬਸ ਲੱਭਦੇ ਨੇ, ਨਹੀਂ ਬਣਦਾ ਉਹਨਾਂ ਬੱਚਿਆਂ ਦਾ। ਤਾਂ ਕੀ ਤੁਹਾਨੂੰ ਲੱਗਦਾ ਕਿ ਜੋ ਰਜਾਈਨਾ ਸ਼ਹਿਰ ਹੈਗਾ ਆ, ਅਗਰ ਮੈਂ ਐਜੂਕੇਸ਼ਨ ਆਫ ਪਰਸਪੈਕਟਿਵ ਦੀ ਗੱਲ ਕਰਾਂ, ਰਾਈਟ, ਅਕੈਡਮਿਕਸ ਦੀ ਗੱਲ ਕਰਾਂ, ਕਿ ਬੱਚਿਆਂ ਦੀ ਪਹਿਲੀ ਪ੍ਰਾਇੋਰਟੀ ਜਾਂ ਪਹਿਲੀ ਪ੍ਰੈਫਰੈਂਸ ਰਜਾਈਨਾ ਸ਼ਹਿਰ ਵਿੱਚ ਆਉਣ ਦੀ ਹੁੰਦੀ ਆ, ਜਾਂ ਸਰੀ ਜਾਂ ਟੋਰਾਂਟੋ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਜਾ ਸਕਦੇ ਨੇ ਜਿੱਥੇ ਮੌਸਮ ਦੀ ਮਾਰ ਨਹੀਂ ਪੈਂਦੀ ਤੇ ਵੇਜਸ ਵੀ ਲਾਈਕ ਵਧੀਆ ਮਿਲ ਜਾਂਦੀਆਂ ਨੇ?
ਉਹਦੇ ਵਿੱਚ ਵੀ ਡਿਫਰੈਂਟ ਫੈਕਟਰਸ ਮੈਟਰ ਕਰਦੇ ਨੇ ਕਿ ਕਈਆਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ, ਕਈਆਂ ਦੇ ਕਜ਼ਨ ਜਾਂ ਰੀਅਲ ਸਾਰੇ ਉੱਥੇ ਟੋਰਾਂਟੋ ਜਾਂ ਵੈਨਕੂਵਰ ਰਹਿੰਦੇ ਨੇ, ਤੇ ਕਈਆਂ ਦੇ ਰਜਾਈਨਾ ਵੀ ਰਹਿੰਦੇ ਨੇ। ਇੱਕ ਫੈਕਟਰ ਉਹ ਵੀ ਮੈਟਰ ਕਰਦਾ ਕਿ ਤੁਹਾਨੂੰ ਆਂਦੀ ਸਾਰ ਜਿਹੜੀ ਇੱਕ ਫੈਮਿਲੀ ਸਪੋਰਟ ਮਿਲ ਸਕਦੀ ਹੈ ਜਿੱਥੋਂ ਕਿ ਸਾਨੂੰ ਹੋਮ ਸਿਕਨੈਸ ਨਾ ਹੋਵੇ। ਉਹ ਚੀਜ਼ ਜ਼ਿਆਦਾ ਸਾਡੇ ਫੈਮਿਲੀ ਵੀ ਦੇਖਦੀ ਹੈ ਕਿ ਅਸੀਂ ਆਪਣਾ ਬੱਚਾ ਕਿਸੇ ਕੋਲ ਭੇਜਣਾ ਤੋਂ ਬੈਟਰ ਪ੍ਰੈਫਰ ਕਰਦੇ ਨੇ ਕਿ ਜਿਹੜੀ ਸਿਟੀਜ਼ ਦੇ ਵਿੱਚ ਉਹਨਾਂ ਦੇ ਕੋਈ ਰਿਸ਼ਤੇਦਾਰ ਜ਼ਿਆਦਾ ਖਾਸ ਹੁੰਦੇ ਜਾਂ ਭੈਣ ਭਾਈ ਹੁੰਦੇ ਨੇ ਉੱਥੇ ਭੇਜੀਏ। ਤਾਂ ਉਹ ਵੀ ਚੀਜ਼ਾਂ ਮੈਟਰ ਕਰਦੀਆਂ ਨੇ। ਬਟ ਐਸ ਵੀ ਸੀ ਰਜਾਈਨਾ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਨੇ ਤੇ ਮਾੜੀਆਂ ਚੀਜ਼ਾਂ ਵੀ ਨੇ। ਇਹ ਤੁਹਾਨੂੰ ਘੱਟ ਵੇਜ ਦੇ ਵਿੱਚ ਰਹਿਣਾ ਸਿਖਾ ਦਿੰਦੀਆਂ ਨੇ ਐਸ ਕੰਪੇਅਰ ਕਿ ਕਈ ਸਟੂਡੈਂਟਸ ਦੇਖੇ ਆ ਕਿ PR ਲਈ ਵੈਨਕੂਵਰ ਤੇ ਟੋਰਾਂਟੋ ਦੇ ਵਿੱਚ ਇੱਕ ਤਾਂ ਕੰਮ ਦੀ ਬੜੀ ਮਾਰ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਤੇ ਉੱਤੋਂ PR ਲੈਣੀ ਬੜੀ ਔਖੀ ਆ, ਤੇ ਉਹ ਫਿਰ ਬਾਅਦ ਦੇ ਵਿੱਚ ਪੜ੍ਹਾਈ ਕਰਕੇ ਵਰਕ ਦੇ ਵਿੱਚ ਉੱਥੋਂ ਇੱਥੇ ਮੂਵ ਹੁੰਦੇ ਨੇ ਆਈਦਰ ਸਸਕੈਚੁਅਨ ਔਰ ਲਾਈਕ ਦੂਜੀ ਪ੍ਰੋਵਿੰਸ ਜਿਹੜੀਆਂ ਸਾਡੇ ਨੇੜੇ ਨੇ ਜਿੱਥੇ ਈਜ਼ੀ PR ਨੇ। ਤੇ ਉੱਥੇ ਆ ਕੇ ਜਦੋਂ ਦੇਖਦੇ ਨੇ ਉੱਥੋਂ ਹਾਇਰ ਵੇਜਸ, ਉੱਥੇ ਹਾਇਰ ਇਨਕਮ ਦੇ ਵਿੱਚ ਕੰਮ ਕਰਦੇ ਨੇ ਤੇ ਉੱਥੇ ਖਰਚਾ ਖੁੱਲ੍ਹਾ ਹੁੰਦਾ ਤੇ ਪੈਸੇ ਆਉਂਦੇ ਵੀ ਖੁੱਲ੍ਹੇ ਨੇ। ਤੇ ਜਦੋਂ ਉਰੇ ਆ ਕੇ ਉਹਨਾਂ ਨੂੰ ਘੱਟ ਬਣਦੇ ਨੇ ਤੇ ਘੱਟ ਉਹਦੇ ਵਿੱਚ ਗੁਜ਼ਾਰਾ ਕਰਨਾ ਪੈਂਦਾ, ਫਿਰ ਉਹ ਚੀਜ਼ਾਂ ਡਿਫਿਕਲਟ ਹੁੰਦੀਆਂ ਨੇ। ਬਟ ਜੇ ਤੁਸੀਂ ਇੱਥੋਂ ਹੀ ਪੜ੍ਹ ਕੇ ਜਾਂਦੇ ਹੋ ਤਾਂ ਉੱਥੇ ਜਾ ਕੇ ਤੁਹਾਨੂੰ ਇੱਕ ਬੈਨੀਫਿਟ ਮਿਲਦਾ ਕਿ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੇ ਕੋਲ ਇੰਨੇ ਇੱਕ ਬਜਟ ਦੇ ਵਿੱਚ ਤੁਸੀਂ ਆਪਣਾ ਲਾਈਫ ਸਟਾਈਲ ਤੁਸੀਂ ਕੱਢੀ ਹੋਈ ਹੈ। ਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਨੂੰ ਵੱਧ ਐਕਸਪੋਜ਼ਰ ਮਿਲਦਾ ਐਜ਼ ਕੰਪੇਅਰ ਟੂ ਇੱਕ ਲਾਈਕ ਉਹ ਨੈਰੋ ਟੂ ਵਾਈਡ ਜਾਣ ਦੀ ਜਗ੍ਹਾ ਵਾਈਡ ਨੈਰੋ ਜਾਣਾ ਬੜਾ ਔਖਾ ਆ। ਹਾਂਜੀ, ਬਿਲਕੁਲ ਸਹੀ। ਇਹ ਗੱਲ ਬਹੁਤ ਹੀ ਮੈਨੂੰ ਚੰਗੀ ਲੱਗੀ ਕਿ ਜਦੋਂ ਵੀ ਆਪਾਂ ਐਵੇਂ ਦੇ ਸ਼ਹਿਰ ਜਾਂ ਆਪਾਂ ਕਹਿ ਲਈਏ ਕਿ ਆਪਾਂ ਰਜਾਈਨਾ ਵਰਗੇ ਸ਼ਹਿਰ ਦੇ ਵਿੱਚ ਆਏ ਆ ਜਾਂ ਜ਼ਿੰਦਗੀ ਦੇ ਵਿੱਚ ਆਪਾਂ ਪਹਿਲਾਂ ਤੰਗੀ ਵੇਖ ਲੈਂਦੇ ਆ ਤਾਂ ਬਾਅਦ ਵਿੱਚ ਜ਼ਿੰਦਗੀ ਸੌਖੀ ਹੋ ਜਾਂਦੀ ਆ। ਬੱਚਾ ਆਪਣੇ ਬਜਟ ਪਲਾਨਸ ਕਰ ਲੈਂਦਾ ਵਧੀਆ, ਉਹ ਡੀਲ ਕਰਦਾ ਕਿ ਕਿਵੇਂ ਦੀਆਂ ਹਾਰਸ਼ ਵੈਦਰ ਕੰਡੀਸ਼ਨਸ ਹੈਗੀਆਂ ਨੇ। ਲਾਈਕ ਮੈਨੂੰ ਲੱਗਦਾ ਕਿ ਵਧੀਆ ਚੀਜ਼ ਹੈਗੀ ਹੈ ਰਜਾਈਨਾ ਸ਼ਹਿਰ ਦੀ ਐਜ਼ ਕੰਪੇਅਰ ਟੂ ਲਾਈਕ ਅਗਰ ਆਪਾਂ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ। ਹੁਣ ਅਗਰ ਆਪਾਂ ਸਟੂਡੈਂਟਸ ਦੇ ਅਕੈਡਮਿਕਸ ਦੀ ਗੱਲ ਕਰਦੇ ਹਾਂ ਰਾਈਟ, ਆਪਾਂ ਯੂਨੀਵਰਸਿਟੀ ਦੇ ਵਿੱਚ ਫੋਕਸ ਕਰਾਂਗੇ। ਆਪਾਂ ਪੜ੍ਹਦੇ ਹਾਂ ਤਾਂ ਯੂਨੀਵਰਸਿਟੀ ਦੀ ਐਜੂਕੇਸ਼ਨ ਕਿੰਨੀ ਕੁ ਔਖੀ ਆ ਐਜ਼ ਕੰਪੇਅਰ ਟੂ ਕਾਲਜਸ, ਜਾਂ ਉਹ ਸ਼ਿਫਟ ਕਿਵੇਂ ਦੀ ਹੁੰਦੀ ਆ ਵੀ ਜਦ ਆਪਾਂ ਇੰਡੀਆ ਤੋਂ ਕੈਨੇਡਾ ਆਉਂਦੇ ਆ ਤੇ ਆਪਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਸ਼ੁਰੂ ਕਰਦੇ ਆ ਤਾਂ ਐਜੂਕੇਸ਼ਨ 'ਚ ਕੀ ਡਿਫਰੈਂਸ ਹੈਗਾ, ਜਾਂ ਆਪਾਂ ਕਿਵੇਂ ਮੈਨੇਜ ਕਰਦੇ ਆ ਜਿਹੜੀ ਉਹ ਲੈਵਲ ਆਫ ਡਿਫਿਕਲਟੀ ਹੈਗੀ ਐਜੂਕੇਸ਼ਨ ਦੀ। ਜਿਵੇਂ ਜੇ ਅਸੀਂ ਐਜ਼ ਕੰਪੇਅਰ ਟੂ ਇੰਡੀਆ ਦੇ ਐਜੂਕੇਸ਼ਨ ਸਿਸਟਮ ਦੇਖੀਏ ਤੇ ਉਰੇ ਇੱਕ ਬੜਾ ਡਿਫਰੈਂਟ ਆਉਂਦਾ ਹੈ। ਤੇ ਇੱਕ ਉਰੇ ਮੇਜਰ ਡਿਫਿਕਲਟ ਜਿਹੜੀ ਮੈਂ ਦੇਖੀ ਹੈ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਆਪਾਂ ਯੂਨੀਵਰਸਿਟੀ ਆਫੀਸ਼ੀਅਲਸ ਨਾਲ ਬਹਿੰਦੇ ਹਾਂ, ਅਥਾਰਟੀਜ਼ ਨਾਲ ਬਹਿੰਦੇ ਉਹਨਾਂ ਦੀ ਮੀਟਿੰਗਸ ਦੇ ਵਿੱਚ, ਤਾਂ ਇੱਕੋ ਚੀਜ਼ ਮੂਹਰੇ ਲੈ ਕੇ ਆਉਂਦੇ ਨੇ ਕਿ ਜਿਹੜੇ ਦੂਜੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਤੇ ਉਰੇ ਆ ਕੇ ਜਦੋਂ ਉਹਨਾਂ ਨੂੰ ਇੰਗਲਿਸ਼ ਦੇ ਕੋਰਸ ਕਰਨੇ ਪੈਂਦੇ ਨੇ ਜਾਂ ਕਈ ਅਸਾਈਨਮੈਂਟਸ ਐਸੇ ਕਰਨੇ ਪੈਂਦੇ ਨੇ, ਉਹਦੇ ਵਿੱਚ ਫਾਰਮੈਟਿੰਗ ਦਾ ਬੜਾ ਡਿਫਰੈਂਟ ਹੈ ਕਿਉਂਕਿ ਸਾਡੇ ਇੰਡੀਆ ਦੇ ਵਿੱਚ ਕੁਝ ਹੋਰ ਫੋਲੋ ਕੀਤਾ ਜਾਂਦਾ। ਉਰੇ ਲਾਈਕ APMLA ਕਾਈਂਡ ਆਫ ਫਾਰਮੈਟਸ ਫੋਲੋ ਕੀਤੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਬੇਸਿਕ ਜਿਹੜੀ ਉਹ ਪ੍ਰਾਇਮਰੀ ਡਿਫਿਕਲਟ ਲੱਭਦੇ ਨੇ ਤੇ ਤਾਂ ਉਹਦਾ ਆਲਵੇਜ਼ ਸੋਲੂਸ਼ਨ ਲੱਭਦੇ ਰਹਿੰਦੇ ਨੇ ਜਿਹੜਾ ਬੜਾ ਡਿਫਿਕਲਟ ਹੈ। ਬਟ ਜਿਵੇਂ ਮੈਂ ਤੁਹਾਨੂੰ ਕਾਲਜ ਤੇ ਯੂਨੀਵਰਸਿਟੀ ਦਾ ਪਹਿਲਾਂ ਦੱਸਿਆ ਸੀਗਾ ਕਿ ਕਈਆਂ ਨੂੰ ਉਹ ਚੀਜ਼ ਵਧੀਆ ਬਹਿੰਦੀ ਹੈ ਤੇ ਕਈਆਂ ਨੂੰ ਇਹ ਚੀਜ਼ ਵਧੀਆ ਬਹਿੰਦੀ ਹੈ। ਤੇ ਮੈਂ ਕਹਿੰਦਾ ਕਿ ਜਿਹੜੇ ਸਟੂਡੈਂਟਸ ਆਉਂਦੇ ਆ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਦੇ ਫਿਊਚਰ ਰਿਲੇਟਡ ਯੂਨੀਵਰਸਿਟੀ ਬੈਟਰ ਹੈ ਕਿ ਕਾਲਜਸ ਬੈਟਰ ਆ। ਤੇ ਕਾਲਜਸ ਤੇ ਯੂਨੀਵਰਸਿਟੀਜ਼ ਦੇ ਵਿੱਚ ਜਿਵੇਂ ਕਿ ਮੈਂ ਐਕਸਪੀਰੀਅੰਸ ਤਾਂ ਨਹੀਂ ਕੀਤਾ ਕਾਲਜ ਦਾ, ਬਟ ਜਿੱਥੋਂ ਵੀ ਜਿੰਨਾ ਕੁ ਵੀ ਸੁਣਿਆ ਮੈਂ ਉਹਨਾਂ ਜੇ ਦੇਖਿਆ ਜਾਵੇ ਤਾਂ ਕਾਲਜ ਇੱਕ ਕਾਈਂਡ ਆਫ ਤੁਹਾਨੂੰ ਪਰਟੀਕੂਲਰ ਫੀਲਡ ਦੇ ਵਿੱਚ ਇੱਕ ਤੁਹਾਨੂੰ ਮਾਸਟਰ ਜਾਂ ਪ੍ਰੋਫੈਸ਼ਨਲਿਜ਼ਮ ਵੱਲ ਪੁਸ਼ ਕਰਦਾ ਹੈ। ਬਟ ਯੂਨੀਵਰਸਿਟੀ ਦੇ ਵਿੱਚ ਤੁਸੀਂ ਇੱਕ ਓਪਨ ਇਲੈਕਟਿਵ ਸਾਨੂੰ ਆਪਸ਼ਨਸ ਮਿਲ ਜਾਂਦੀਆਂ ਨੇ ਕਿ ਤੁਹਾਡਾ ਇੰਟਰਸਟ ਸ਼ਾਇਦ ਯੋਗਾ ਦੇ ਵਿੱਚ ਹੈ, ਮਿਊਜ਼ਿਕ ਦੇ ਵਿੱਚ ਹੈ, ਫਿਲਮ ਦੇ ਵਿੱਚ ਹੈ, ਬਟ ਤੁਹਾਡਾ ਮੇਜਰ ਜਿਹੜਾ ਉਹ ਬਿਜ਼ਨਸ ਦੇ ਵਿੱਚ ਹੈ। ਤਾਂ ਉਹਦੇ ਨਾਲ ਮੇਜਰਸ ਦੇ ਨਾਲ ਕੋਰਸ ਕਰਦੇ ਨਾਲ ਤੁਹਾਨੂੰ ਕੁਝ ਆਪਸ਼ਨਸ ਦਿੱਤੀ ਜਾਂਦੀ ਹੈ ਕਿ ਜਿਹਦੇ ਵਿੱਚ ਤੁਸੀਂ ਆਪਣੇ ਲਾਈਕ ਸਕਿੱਲਫੁਲ ਜਾਂ ਆਪਣੇ ਹੌਬੀ ਰਿਲੇਟਡ ਤੁਸੀਂ ਕੋਈ ਵੀ ਕੋਰਸ ਕਰ ਸਕਦੇ ਹੋ। ਤਾਂ ਕਿਤੇ ਨਾ ਕਿਤੇ ਤੁਹਾਡੇ ਫਿਊਚਰ ਲਈ ਯੂਨੀਵਰਸਿਟੀਜ਼ 'ਚ ਵੀ ਬੈਨੀਫਿਟ ਹੈ, ਬਟ ਕਈ ਹੁੰਦੇ ਨੇ ਕਿ ਟੂ ਦਾ ਸ਼ਾਰਪ ਪੁਆਇੰਟ ਕੰਮ ਕਰਨਾ ਐਂਡ ਇਨਟੂ ਦਾ ਪ੍ਰੋਫੈਸ਼ਨਲਿਜ਼ਮ ਰਾਈਟ, ਤਾਂ ਉਹਦੇ ਲਈ ਯੂਨੀਵਰਸਿਟੀਜ਼ ਇਜ਼ ਬੈਟਰ ਕਿਉਂਕਿ ਉੱਥੇ ਪਰਟੀਕੂਲਰ ਸਬਜੈਕਟ ਪਰਟੀਕੂਲਰ ਪੁਆਇੰਟ ਦੇ ਰਿਲੇਟਡ ਸਰਟੀਫਿਕੇਸ਼ਨਸ ਤੇ ਕੋਰਸਿਸ ਹੁੰਦੇ ਨੇ। ਓਕੇ, ਤੇ ਇੱਕ ਚੀਜ਼ ਬੜੀ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਕਿ ਬੱਚਿਆਂ ਦਾ ਪਲੈਜਰਿਜ਼ਮ ਪੈ ਗਿਆ, ਤਾਂ ਯੂਜੂਅਲੀ ਸਲੈਂਗ 'ਚ ਕਹਿੰਦਾ ਕਿ ਮੇਰੀ ਪਲੈਜੀ ਪੈ ਗਈ ਆ ਰਾਈਟ। ਤਾਂ ਮੈਂ ਜੋ ਆਬਜ਼ਰਵ ਕੀਤਾ ਰਾਈਟ ਐਜ਼ ਅ ਸਟੂਡੈਂਟ, ਮੈਂ ਦੇਖਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਲਾਈਕ ਐਕਸਪੀਰੀਅੰਸ ਕਰਦੇ ਨੇ ਕਿ ਸਾਡੀ ਪਲੈਜੀ ਪੈ ਗਈ, ਸਾਡਾ ਪਲੈਜਰਿਜ਼ਮ ਪੈ ਗਿਆ, ਸਾਨੂੰ ਕੋਰਸ ਦੁਬਾਰਾ ਕਰਨਾ ਪੈ ਰਿਹਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਗਰ ਇੰਟਰਨੈਸ਼ਨਲ ਸਟੂਡੈਂਟਸ ਇਸ ਚੀਜ਼ ਨੂੰ ਜ਼ਿਆਦਾ ਫੇਸ ਕਰਦੇ ਨੇ, ਕੀ ਉਰੇ ਰੇਸਿਜ਼ਮ ਆਪਾਂ ਕਹਿ ਸਕਦੇ ਹਾਂ ਜਾਂ ਬੱਚਿਆਂ ਦੀ ਜੋ ਐਜੂਕੇਸ਼ਨ ਦੀ ਕੁਆਲਿਟੀ ਹੈਗੀ ਆ ਫਰੋਮ ਦਾ ਬੈਕਗਰਾਉਂਡ ਜਿੱਥੋਂ ਆਉਂਦੇ ਨੇ ਉਹਦੇ ਵਿੱਚ ਫਰਕ ਆ? ਤੁਹਾਨੂੰ ਕੀ ਲੱਗਦਾ? ਦੋਵੇਂ ਚੀਜ਼ਾਂ ਆਪਣਾ ਰੋਲ ਪਲੇ ਕਰਦੀਆਂ ਨੇ। ਜਿਵੇਂ ਕਿ ਮੈਂ ਦੱਸਿਆ ਕਿ ਜੇ ਯੂਨੀਵਰਸਿਟੀ ਦੇ ਵਿੱਚ ਦੇਖੀਏ ਤਾਂ ਇੱਕ ਉਹ ਐਜੂਕੇਸ਼ਨ ਸਿਸਟਮ ਦਾ ਫਰਕ ਆ
ਤੇ ਦੂਜਾ ਪੁਆਇੰਟ ਹੈਗਾ ਹੈ ਕਿ ਅਸੀਂ ਕਈ ਕੇਸਿਸ ਵੀ ਦੇਖਿਆ, ਜਿਵੇਂ ਅਸੀਂ ਕਮੇਟੀਜ਼ ਅਟੈਂਡ ਕਰਦੇ ਹਾਂ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਪ੍ਰੋਫੈਸਰ ਵੱਲੋਂ ਰੇਸਿਜ਼ਮ ਵੀ ਫਾਈਂਡ ਆਊਟ ਕੀਤਾ ਜਾਂਦਾ ਹੈ। ਅੱਜ ਤੋਂ ਕਈ ਥੋੜੇ ਸਾਲ ਪਹਿਲਾਂ ਇਹ ਕੀਤਾ ਜਾਂਦਾ ਸੀਗਾ, ਬਟ ਉਹਦੇ ਵਿੱਚ ਟਾਈਮ ਟੂ ਟਾਈਮ ਇੰਪਰੂਵਮੈਂਟਸ ਆ ਰਹੀਆਂ ਨੇ ਤੇ ਇੱਕ ਚੈਟ ਜੀਪੀਟੀ ਦਾ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਤੇ ਕਿਤੇ ਨਾ ਕਿਤੇ ਹੁਣ ਅਸੀਂ ਲਾਸਟ ਸਮੈਸਟਰ ਜਿਹੜਾ ਵੀ ਸਾਡਾ ਲੰਘਿਆ ਇੰਗਲਿਸ਼ ਕੋਰਸਿਸ ਦੇ ਵਿੱਚ ਮੋਸਟਲੀ ਪਲੈਜਰਿਜ਼ਮ ਬੱਚਿਆਂ ਨੇ ਕਈ ਵਾਰੀ ਆਪ ਵੀ ਲਿਖਿਆ ਹੁੰਦਾ, ਪਰ ਪ੍ਰੋਫੈਸਰ ਬਿਕੋਜ਼ ਆਫ ਡਾਊਟ ਉਹਨਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੇਸਿਸ ਪਾ ਦਿੰਦੇ ਨੇ। ਤਾਂ ਇੱਕ ਕਿਤੇ ਨਾ ਕਿਤੇ ਯੂਨੀਵਰਸਿਟੀਜ਼ ਨੂੰ ਵੀ ਉਹਨਾਂ ਦੇ ਉੱਤੇ ਵਰਕ ਕਰਨਾ ਚਾਹੀਦਾ, ਬਟ ਦੇ ਮਸਟ ਵਰਕ ਔਨ ਕਿ ਕਿਵੇਂ ਸਟੂਡੈਂਟਸ ਲਈ ਬੈਟਰ ਵਰਕਸ਼ਾਪਸ, ਸਾਡੀ ਜਿਵੇਂ ਯੂਨੀਅਨ ਵੀ ਕਰ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ, ਕਿਵੇਂ ਬੈਟਰ ਵਰਕਸ਼ਾਪਸ ਉਹਨਾਂ ਲਈ ਪ੍ਰੋਵਾਈਡ ਕਰੀਏ ਤਾਂ ਕਿ ਉਹ ਕਿਤੇ ਨਾ ਕਿਤੇ ਉਹ ਫਾਰਮੈਟ ਨੂੰ ਸਮਝ ਸਕਣ। ਕਿਉਂਕਿ ਇੱਥੇ ਕੈਨੇਡਾ ਦਾ ਇੱਕ ਇਹ ਵੀ ਰੂਲ ਹੈ ਕਿ ਤੁਸੀਂ ਕਿਤੋਂ ਕਾਪੀ ਕਰਦੇ ਹੋ ਤਾਂ ਤੁਹਾਨੂੰ ਇੱਕ ਰੈਫਰੈਂਸ ਪਾਣੀ ਪੈਂਦੀ ਹੈ। ਜੇ ਤੁਸੀਂ ਭੁੱਲ ਭੁਲੇਖੇ ਵੀ ਇੱਕ ਰੈਫਰੈਂਸ ਛੱਡਤੀ ਤਾਂ ਤੁਹਾਡਾ ਕੰਮ ਭਾਵੇਂ ਤੁਸੀਂ ਸਾਰਾ ਸੱਚਾ ਕੀਤਾ ਹੈ, ਭਾਵੇਂ ਬਿਨਾਂ ਕਾਪੀ ਤੋਂ ਕੀਤਾ, ਬਟ ਉਹਨੇ ਚੱਕ ਕੇ ਤੁਹਾਡੇ ਤੋਂ ਫਿਰ ਵੀ ਤੁਹਾਡੇ ਤੇ ਪਲੈਜਰਿਜ਼ਮ ਪਾ ਦੇਣੀ ਹੈ। ਇੱਕ ਇਹ ਵੀ ਜਿਹੜੀ ਹੈਗੀ ਹੈ ਡਿਫਿਕਲਟੀ ਫੇਸ ਕੀਤੀ ਜਾਂਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਦ ਵੀ ਸਟੂਡੈਂਟਸ ਦੀ ਪਲੈਜਰਿਜ਼ਮ ਪੈਂਦੀ ਆ, ਜਾਂ ਜਿਵੇਂ ਤੁਸੀਂ ਕਿਹਾ ਕਿ ਉਹ ਰੈਫਰੈਂਸ ਪਾਉਣੀ ਭੁੱਲ ਗਏ ਜਾਂ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਲਿੱਤੀ, ਮੈਨੂੰ ਲੱਗਦਾ ਕਿ ਅਗਰ ਜਿਵੇਂ ਬੱਚਿਆਂ ਦੇ ਉੱਪਰ ਆਲਰੇਡੀ ਇੰਨਾ ਸਟ੍ਰੈਸ ਹੁੰਦਾ ਉਹਨਾਂ ਦੇ ਪਾਰਟ ਟਾਈਮ ਜੌਬਸ ਦਾ, ਜਾਂ ਕਹਿ ਲਓ ਹੋਮ ਸਿਕਨੈਸ ਵੀ ਇੱਕ ਹੈਗੇ ਇੰਟਰਨੈਸ਼ਨਲ ਸਟੂਡੈਂਟ ਜੋ ਫੇਸ ਕਰਦੇ ਨੇ, ਮੈਨੂੰ ਕਈ ਵਾਰ ਲੱਗਦਾ ਕਿ ਅਗਰ ਬੱਚਿਆਂ ਕੋਲ ਚੋਇਸ ਹੁੰਦੀ ਆ ਜਾਂ ਉਹਨਾਂ ਕੋਲ ਟਾਈਮ ਦੀ ਕਮੀ ਹੈਗੀ ਆ, ਰਾਈਟ, ਤੇ ਉਹਨਾਂ ਨੂੰ ਪਤਾ ਕਿ ਕੰਮ ਮੇਰਾ ਸੌਖਾ ਹੋ ਜਾਊਗਾ ਤਾਂ ਮੈਂ ਚੈਟ ਜੀਪੀਟੀ ਯੂਜ਼ ਕਰ ਲੈਣਾ ਆ ਜਾਂ ਕਰ ਲੈਣੀ ਆ, ਰਾਈਟ, ਤਾਂ ਉਹ ਕਿਤੇ ਨਾ ਕਿਤੇ ਸੌਖੇ ਰਾਹ ਨੂੰ ਅਪਣਾਉਣ ਦੇ ਚੱਕਰ ਦੇ ਵਿੱਚ, ਰਾਈਟ, ਇਹ ਚੀਟਿੰਗ ਕਰ ਲੈਂਦੇ ਨੇ ਜਿੱਥੇ ਕਿ ਉਹ ਆਪਣੀ ਅਕੈਡਮਿਕਸ ਨੂੰ ਖਰਾਬ ਕਰ ਲੈਂਦੇ ਨੇ। ਤਾਂ ਕੀ ਤੁਹਾਨੂੰ ਲੱਗਦਾ ਕਿ ਉਰੇ ਸਿਚੁਏਸ਼ਨਲ, ਅਗਰ ਆਪਾਂ ਕਹੀਏ ਨਾ, ਇੱਕ ਸਿਚੁਏਸ਼ਨਲ ਫੈਕਟਰ ਆ ਜਾਂਦਾ ਸਟੂਡੈਂਟਸ ਦੀ ਅਕੈਡਮਿਕ ਪਰਫਾਰਮੈਂਸ ਦਾ, ਕਿ ਉਹਨਾਂ ਨੇ ਬਹੁਤ ਜਿਹਾ ਮੈਨੇਜ ਕਰਨੀਆਂ ਹੁੰਦੀਆਂ ਨੇ। ਤਾਂ ਇਹ ਵੀ ਇੱਕ ਚੀਜ਼ ਮੈਨੂੰ ਲਾਈਕ ਐਜ਼ ਅ ਪਰਸਨ ਲੱਗਦੀ ਆ ਕਿ ਇਹ ਵੀ ਕਿਤੇ ਨਾ ਕਿਤੇ ਹੈਗਾ ਵਾ ਕਿ ਬੱਚਾ ਕਹੇ ਕਿ ਹਾਂਜੀ ਮੈਂ ਹਾਰਡ ਵਰਕ ਕਰਨਾ ਜਾਂ ਮੈਂ ਉਹ ਚੀਜ਼ ਕਰਾਂ, ਰਾਈਟ, ਕਿ ਮੈਂ ਸੌਖਾ ਚੀਜ਼ ਲੈ ਲਾਂ। ਆਈ ਥਿੰਕ ਇਹ ਵੀ ਇੱਕ ਫੈਕਟਰ ਹੈਗਾ ਜੋ ਕਿਤੇ ਨਾ ਕਿਤੇ, ਜਿਵੇਂ ਤੁਸੀਂ ਕਿਹਾ ਕਿ ਪ੍ਰੋਫੈਸਰਸ ਨੂੰ ਡਾਊਟ ਹੋ ਜਾਂਦਾ ਹੈ, ਰਾਈਟ, ਡਾਊਟ ਦੇ ਕੇਸ ਦੇ ਵਿੱਚ ਕੀ ਹੁੰਦਾ ਕਿ ਉਹ ਜਰਨਲਾਈਜ਼ ਹੋ ਜਾਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਕਿ ਹਾਂਜੀ ਉਹ ਪਲੈਜਰਿਜ਼ਮ ਕਰ ਰਹੇ ਨੇ ਜਾਂ ਉਹਨਾਂ ਨੇ ਚੀਟਿੰਗ ਕੀਤੀ ਹੈ, ਰਾਈਟ। ਤੇ ਮੈਂ ਉਹਦੇ ਵਿੱਚ ਐਵੇਂ ਦੇਖਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਣ ਵਾਲੇ ਫਿਊਚਰ ਹੈ ਇੱਕ, ਜਿਹੜਾ ਕਿ ਜਿਵੇਂ ਵੀ ਸਾਡੇ ਲਾਸਟ ਮੰਥ ਦੇ ਵਿੱਚ ਵੀਪੀ ਪ੍ਰਵੋਸਟ ਆਈ ਗੈਸ ਯੂਨੀਵਰਸਿਟੀ ਤੇ ਅਥਾਰਟੀਜ਼ ਦੇ ਵੱਲੋਂ ਸੀਗੇ ਉਹ, ਤੇ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਕਿ ਕਿਉਂਕਿ ਆਰਟੀਫੀਸ਼ੀਅਲ ਇੱਕ ਫਿਊਚਰ ਆ ਤੇ ਕਿਵੇਂ ਅਸੀਂ ਜਿਹੜਾ ਆਪਣਾ ਪੋਲਿਸੀਜ਼ ਐਵੇਂ ਦੀਆਂ ਬਣਾਈਏ ਇਨਟੂ ਦਾ ਫੈਕਲਟੀਜ਼ ਕਿ ਇੱਕ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਸਿੱਖਿਆ ਜਾਵੇ, ਨਾ ਕਿ ਉਹਦਾ ਮਿਸਯੂਜ਼ ਕੀਤਾ ਜਾਵੇ ਫੋਰ ਅ ਚੀਟਿੰਗ। ਕਿ ਜਿਵੇਂ ਇੱਕ ਬੜਾ ਵਧੀਆ ਐਗਜ਼ਾਮਪਲ ਸੀਗਾ, ਮੈਂ ਲਾਸਟ ਸਮੈਸਟਰ ਇੰਗਲਿਸ਼ ਦਾ ਅੰਗਰੇਜ਼ੀ ਦਾ ਕੋਰਸ ਕੀਤਾ ਤੇ ਉਹਦੇ ਵਿੱਚ ਸਾਡੇ ਪ੍ਰੋਫੈਸਰ ਨੇ ਜਿਹੜੀ 4 ਦੇ ਵਿੱਚ 2 ਅਸਾਈਨਮੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਸੀਗੀਆਂ, ਜਿਹਦੇ ਵਿੱਚ ਪ੍ਰੋਫੈਸਰ ਨੇ ਪੋਲਿਸੀ ਬਣਾਈ ਸੀਗੀ ਤੇ ਮੈਨੂੰ ਬੜੀ ਵਧੀਆ ਚੀਜ਼ ਲੱਗੀ ਤੇ ਮੈਂ ਉਹਨੂੰ ਇੱਕ ਤਰ੍ਹਾਂ ਲਾਈਕ ਯੂਨੀਵਰਸਿਟੀ ਦੇ ਮੂਹਰੇ ਰੱਖਿਆ ਵੀ ਸੀਗਾ ਕਿ ਇਹ ਚੀਜ਼ ਜੇ ਅਸੀਂ ਸਾਰੀ ਫੈਕਲਟੀ ਐਸੋਸੀਏਸ਼ਨ ਨਾਲ ਡਿਸਕਸ ਕਰਕੇ ਇੱਕ ਔਨ ਦਾ ਯੂਨੀਵਰਸਿਟੀ ਬੇਸਿਸ ਅਸੀਂ ਇੱਕ ਪੋਲਿਸੀ ਬਣਾ ਕੇ ਲਾਂਚ ਕੀਤੀ ਜਾਵੇ ਕਿ ਲਾਈਕ ਉਹਦੇ ਵਿੱਚ ਸਟੂਡੈਂਟਸ ਪਲੈਜਰਿਜ਼ਮ ਵੀ ਘੱਟ ਫੇਸ ਕਰਨ, ਕਿਉਂਕਿ ਇੰਟਰਨੈਸ਼ਨਲ ਹੁੰਦੇ ਆ, ਫੀਸ ਬਰਡਨ ਹੁੰਦਾ, ਫਾਈਨੈਂਸ਼ੀਅਲ ਬਰਡਨਸ ਤੇ ਬਾਕੀ ਹੋਮ ਸਿਕਨੈਸ ਤੇ ਮੈਂਟਲ ਵੈਲਨੈਸ ਰਿਲੇਟਡ ਉਹ ਵੀ ਬੜੀ ਪ੍ਰੋਬਲਮਸ ਆਉਂਦੀਆਂ ਨੇ। ਤੇ ਕਿ ਜਿਵੇਂ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਤੁਸੀਂ ਕਿਵੇਂ ਲਰਨ ਕਰਾਇਆ ਜਾਵੇ ਕਿ ਕਿਵੇਂ ਯੂਜ਼ ਕਰ ਸਕਦੇ ਹੋ ਰਾਦਰ ਦੈਨ ਕਿ ਉਹਨੂੰ ਕਿਵੇਂ ਚੀਟ ਕਰਨ ਲਈ ਯੂਜ਼ ਕਰ ਸਕਦੇ ਹੋ। ਤਾਂ ਇੱਕ ਚੀਜ਼ ਬੜੀ ਹੋਰ ਦੇਖੀ ਜਾਂਦੀ ਹੈ ਕਿ ਜਦੋਂ ਸਟੂਡੈਂਟਸ ਇੰਡੀਆ ਤੋਂ ਆਪਣੇ ਕੋਰਸ ਚੂਜ਼ ਕਰਦੇ ਨੇ, ਰਾਈਟ, ਤਾਂ 4 ਸਾਲ ਦੀ ਡਿਗਰੀ ਲੈ ਲੈਂਦੇ ਨੇ ਜਾਂ 2 ਸਾਲ ਦੀ ਡਿਗਰੀ ਨੂੰ ਚੂਜ਼ ਕਰਕੇ ਆਪਣੇ ਵੀਜ਼ੇ ਲਵਾਉਂਦੇ ਨੇ, ਤੇ ਜਦੋਂ ਯੂਨੀਵਰਸਿਟੀਜ਼ ਦੇ ਵਿੱਚ ਆ ਜਾਂਦੇ ਨੇ ਜਾਂ ਕਾਲਜਸ ਦੇ ਵਿੱਚ ਕਈ ਵਾਰ ਆਉਂਦੇ ਨੇ ਤਾਂ ਆਪਣਾ ਕੋਰਸ ਚੇਂਜ ਕਰ ਲੈਂਦੇ ਨੇ। ਯੂਜੂਲੀ ਉਹਨਾਂ ਦੇ ਕੋਰਸ ਚੇਂਜਸ ਬਿਜ਼ਨਸ ਫੀਲਡ ਕਰਨੀ ਹੁੰਦੇ ਨੇ, ਆਰਟਸ ਫੀਲਡ ਕਰਨੀ ਹੁੰਦੇ ਨੇ। ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਨੇ? ਲਾਈਕ ਕਿੰਨੀ ਕੁ ਸੱਚਾਈ ਆ ਕਿ ਉਹਨਾਂ ਨੂੰ ਪੜ੍ਹਾਈ ਔਖੀ ਲੱਗਦੀ ਆ ਉਹ ਤਾਂ ਚੂਜ਼ ਕਰਦੇ ਨੇ, ਜਾਂ ਕੁਝ ਹੋਰ ਵੀ ਚੀਜ਼ਾਂ ਹੈਗੀਆਂ ਨੇ ਜੋ ਆਪਾਂ ਅਣਦੇਖੀਆਂ ਕਰ ਦਿੰਦੇ ਹਾਂ? ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਇੱਕ ਸਾਡੀ ਇਮੈਜੀਨੇਸ਼ਨ ਹੁੰਦੀ ਹੈ ਤੇ ਸਾਨੂੰ ਪਤਾ ਕੁਝ ਨਹੀਂ ਹੁੰਦਾ, ਇੱਕ ਨਿਆਣਮਤ ਉਮਰ ਹੁੰਦੀ ਹੈ ਕਿ ਅਸੀਂ ਸਾਡੇ ਜਦੋਂ ਮੋਸਟ ਆਫਲੀ ਸਾਡੇ ਇੰਡੀਆ ਦੇ ਵਿੱਚ ਕੀ ਚੱਲਦਾ ਹੈ ਕਿ 10th ਤੋਂ ਬਾਅਦ ਜਿਹੜੇ ਬੱਚੇ ਹੁੰਦੇ ਉਹਨਾਂ ਦੀ ਜਿਹੜੀ ਸਟਰੀਮ ਹੁੰਦੀ ਹੈ ਉਹਨਾਂ ਦੀ ਚੋਇਸ ਤੋਂ ਅੱਡ ਰੱਖ ਕੇ ਉਹਦੇ ਪੇਰੈਂਟਸ ਅੰਡਰ ਪ੍ਰੈਸ਼ਰ ਜਿਹੜੇ ਬੱਚੇ ਉਹ ਲੈਂਦੇ ਨੇ ਕਈ ਸਟਰੀਮਸ, ਤੇ ਉਹਦੇ ਵਿੱਚ ਐਵੇਂ ਹੋ ਜਾਂਦਾ ਕਿ ਉਹ ਕਰਨਾ ਨਹੀਂ ਚਾਹੁੰਦੇ ਬਟ ਉਹਨਾਂ ਨੂੰ ਕਰਾਈ ਜਾਂਦੀ ਹੈ। ਬਟ ਜਦੋਂ ਉਹੀ ਫੀਲਡ ਦੇ ਵਿੱਚ ਉਹਨਾਂ ਨੂੰ ਅੱਗੇ ਉਰੇ ਆ ਕੇ ਕੋਈ ਕੋਰਸ ਚੱਕਣਾ ਪੈਂਦਾ ਜਾਂ ਮੇਜਰਸ ਲੈਣੇ ਪੈਂਦੇ ਆ ਤਾਂ ਫਿਰ ਅੱਗੇ ਆ ਕੇ ਜਦੋਂ ਦੇਖਦੇ ਨੇ ਕਿ ਉਹ ਚੀਜ਼ ਉਰੇ ਜਦੋਂ ਲੈਵਲ ਵੱਧਦੇ ਨੇ, ਕਿਉਂਕਿ ਸਾਡੇ ਉਸ ਹਿਸਾਬ ਦੇ ਸਮੈਸਟਰਸ ਨਹੀਂ ਹੁੰਦੇ, ਸਾਡੇ 100 ਲੈਵਲ ਇੱਦਾਂ ਲੈਵਲਸ ਤੁਹਾਡੇ ਜਿਵੇਂ ਸਮੈਸਟਰ ਵੱਧਦੇ ਜਾਂਦੇ ਜਾਂ ਤੁਹਾਡੇ ਜਿਵੇਂ ਡਿਪਲੋਮਾ ਬੈਚਲਰਸ ਜਾਂ ਮਾਸਟਰਸ ਵੱਧਦੀ ਜਾਂਦੀ ਉਵੇਂ ਨੰਬਰਸ ਵੱਧਦੇ ਜਾਂਦੇ 100 in 100s।
ਤਾਂ ਉਵੇਂ ਹੀ ਇੱਥੇ ਲੈਵਲ ਵੱਧਦੇ ਨੇ ਤੇ ਸਪੈਸੀਫਿਕੇਸ਼ਨਸ ਆਉਂਦੀਆਂ ਨੇ। ਤੇ ਇੱਕ ਜਿਵੇਂ ਪਹਿਲਾਂ ਆਪਾਂ ਮੈਂਸ਼ਨ ਕੀਤਾ ਕਿ ਉਹਨਾਂ ਨੇ ਫੀਸ ਕਲੈਕਟ, ਬਾਕੀ ਪ੍ਰੈਸ਼ਰਸ, ਮੈਂਟਲ ਪ੍ਰੈਸ਼ਰ, ਫਾਈਨੈਂਸ਼ੀਅਲ ਜਿਹੜੇ ਵੀ ਪ੍ਰੈਸ਼ਰਸ ਹੁੰਦੇ ਨੇ ਉਹਨਾਂ ਤੇ ਉਹ ਵੀ ਡੀਲ ਆਊਟ ਕਰਨੇ ਹੁੰਦੇ ਨੇ। ਤਾਂ ਉਸ ਕਰਕੇ ਉਹ ਫਿਰ ਜਦੋਂ ਦੇਖਦੇ ਨੇ, ਇੱਕ ਤਾਂ ਸੌਖਾ ਰਾ ਕਿ ਜੇ ਮੈਂ ਇੱਥੋਂ ਸਾਇੰਸ ਕੀਤੀ ਹੈ ਤੇ ਉਰੇ ਆ ਕੇ ਮੈਂ ਸਾਇੰਸ ਦਾ ਲੈਣਾ, ਤਾਂ ਇੱਕ ਕਿਤੇ ਨਾ ਕਿਤੇ ਉਹ ਡਿਫਿਕਲਟ ਐਜ਼ ਕੰਪੇਅਰ ਟੂ ਬਿਜ਼ਨਸ। ਦੇਖੀ ਕਈਆਂ ਦਾ ਇੰਟਰਸਟ ਬਿਜ਼ਨਸ ਦੇ ਵਿੱਚ ਹੁੰਦਾ ਬਟ ਉਹਨਾਂ ਦੇ ਪੇਰੈਂਟਸ ਅੰਡਰ ਪ੍ਰੈਸ਼ਰ ਉਹਨਾਂ ਨੂੰ ਸਾਇੰਸ ਕਰਾਈ ਜਾਂਦੀ ਹੈ। ਤਾਂ ਉਰੇ ਆ ਕੇ ਜਦੋਂ ਬਿਜ਼ਨਸ ਲੈਂਦੇ ਨੇ ਉਦੋਂ ਦੇਖਦੇ ਨੇ ਕਿ ਉਹ ਉਹਦੇ ਵਿੱਚ ਉਹ ਵਧੀਆ ਕਰ ਰਹੇ ਨੇ। ਦੂਜੀ ਗੱਲ ਇਹ ਆ ਜਾਂਦੀ ਹੈ ਕਿ ਸਰਟੀਫਿਕੇਸ਼ਨ ਜਿਹੜੀ ਆਪਾਂ ਕਹਿ ਦਿੰਦੇ ਹਾਂ 2 ਸਾਲ ਦਾ ਡਿਪਲੋਮਾ ਹੋ ਜਾਂਦਾ, ਸਰਟੀਫਿਕੇਸ਼ਨ ਉਹਦੇ ਸਾਲ ਦੀ ਹੁੰਦੀ ਕਾਊਂਟ ਕੀਤੀ ਜਾਂਦੀ ਹੈ। ਤੇ ਸਾਇੰਸ ਫੈਕਲਟੀ ਦੇ ਵਿੱਚ ਮੋਸਟਲੀ ਉਹ ਨਹੀਂ ਹੁੰਦੀ। ਜਿਹੜੇ ਬੱਚੇ ਪ੍ਰੈਫਰ ਕਰਦੇ ਆ ਕਿ ਉਹ 2 ਸਰਟੀਫਿਕੇਸ਼ਨ ਜਿਹਦੇ ਵਿੱਚ ਕੋਰਸ ਘੱਟ ਕਰਨੇ ਪੈਂਦੇ ਉਹ ਕਰਕੇ, ਤਾਂ ਕਿ ਉਹ ਛੇਤੀ ਵਰਕ ਤੇ ਆ ਕੇ, ਤੇ ਜਿਵੇਂ ਅਸੀਂ 2 ਸਰਟੀਫਿਕੇਸ਼ਨ ਕਰਦੇ ਹਾਂ ਉਹ 'ਚ ਕੋਰਸ ਸਾਨੂੰ ਘੱਟ ਨੋਰਮਲ ਡਿਪਲੋਮਾ ਦੇ ਨਾਲੋਂ ਘੱਟ ਟਾਈਮ ਲੱਗਦਾ, ਬਟ ਉਹਦੇ ਵਿੱਚ ਕੋਰਸ ਘੱਟ ਕਰਨ ਕਰਕੇ ਥੋੜ੍ਹਾ ਜਿਹਾ ਛੇਤੀ ਹੋ ਕੇ ਤਾਂ ਉਹ ਦੇਖਦੇ ਨੇ ਕਿ ਛੇਤੀ ਇੱਕ ਮਾਈਲਸਟੋਨ ਜਿਹੜਾ ਉਹਨਾਂ ਦਾ ਹੁੰਦਾ ਕਿ PR ਲਈਏ ਤੇ ਤਾਂ ਕਿ ਅੱਗੇ ਆਪਣੀ ਕੰਟੀਨਿਊ ਸਟੱਡੀ ਕਰੀਏ, ਤਾਂ ਕਿ ਫੀਸ 'ਚ ਵੀ ਕਿਤੇ ਨਾ ਕਿਤੇ ਫਿਰ ਥੋੜ੍ਹਾ ਬਹੁਤਾ ਬਚਾ ਸਕਦੇ ਨੇ। ਮਤਲਬ ਕਿਤੇ ਨਾ ਕਿਤੇ ਅਗਰ ਆਪਾਂ ਗੱਲ ਕਰੀਏ ਤਾਂ ਉਹੀ ਚੀਜ਼ ਆ ਜਾਂਦੀ ਹੈ ਕਿ ਉਹ ਸੌਖਾ ਤਰੀਕਾ ਲੱਭਦੇ ਨੇ ਵੀ ਕਿਵੇਂ ਅਸੀਂ ਆਪਣਾ ਸਟ੍ਰੈਸ ਘਟਾ ਸਕੀਏ, ਰਾਈਟ? ਕਿਵੇਂ ਅਸੀਂ PR ਲਈ ਆਪਣਾ ਜਿਹੜਾ ਰਸਤਾ ਹਨਾ ਉਹ 'ਚ ਪੱਥਰ ਸਾਡੇ ਘੱਟ ਹੋਣ, ਆਹ ਚੀਜ਼ ਹੋ ਜਾਵੇ, ਆਹ ਚੀਜ਼ ਹੋ ਜਾਵੇ, ਵਰਕ ਪਰਮਿਟ ਤੇ ਆ ਜਾਈਏ, PR ਹੋ ਜਾਈਏ, ਕੋਰਸਿਸ ਪੜ੍ਹਾਈ ਘੱਟ ਕਰਨੀ ਪਵੇ, ਰਾਈਟ? ਜਿਵੇਂ ਕਿ ਗਵਰਨਮੈਂਟ ਆਫ ਕੈਨੇਡਾ ਯੂਜੂਅਲੀ ਲਾਈਕ ਕਹਿੰਦੀ ਰਹਿੰਦੀ ਹੈ ਕਿ ਸਾਨੂੰ ਐਨੇ ਸਕਿਲਡ ਵਰਕਰਸ ਦੀ ਲੋੜ ਹੈਗੀ ਆ ਜਾਂ ਸਾਨੂੰ ਇਸ ਸੈਕਟਰ ਦੇ ਵਿੱਚ ਇੰਪਲੋਇਮੈਂਟ ਚਾਹੀਦੀ ਆ ਲੋਕਾਂ ਦੀ। ਸਟਿਲ ਜੋ ਆਪਾਂ ਜਨਰਲੀ ਵੇਖਦੇ ਆ, ਜੋ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਆ ਜਾਂ ਆਪਾਂ ਲਾਈਕ ਆਪਣੀ ਪੰਜਾਬੀ ਕਮਿਊਨਿਟੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਮੈਂ ਜੋ ਇਹ ਵੇਖਿਆ ਕਿ ਬੱਚੇ ਵਾਈਟ ਕਾਲਰ ਜੌਬਸ ਕਰਨੀ ਜਾਂਦੇ ਨਹੀਂ ਹੈਗੇ, ਰਾਈਟ? ਉਹਨਾਂ ਕੋਲ ਉਹੀ ਯੂਜੂਅਲੀ ਜੌਬਸ ਹੁੰਦੀਆਂ ਨੇ, ਜਾਂ ਉਹ ਟਰੱਕਿੰਗ ਚਲਾਉਣ ਲੱਗ ਜਾਂਦੇ ਨੇ ਜਾਂ ਫੂਡ ਜਿਹੜਾ ਸੈਕਟਰ ਹੈਗਾ ਉਹਦੇ ਵਿੱਚ ਜੌਬਸ ਕਰਦੇ ਨੇ। ਜਦ ਕਿ ਜਿਹੜੀ ਉਹਨਾਂ ਦੀ ਉਰੇ ਐਜੂਕੇਸ਼ਨ ਜੋ ਸਰਟੀਫਿਕੇਟਸ ਜਾਂ ਡਿਪਲੋਮਾਸ ਜਾਂ ਜੋ ਡਿਗਰੀਜ਼ ਲੈਂਦੇ ਨੇ ਸਭ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀਆਂ ਹੁੰਦੀਆਂ ਨੇ, ਜਾਂ ਕਹਿ ਲਓ ਕਿਨਜ਼ੀਓਲੋਜੀ ਇੱਕ ਬਹੁਤ ਹੀ ਅੱਜ ਕੱਲ੍ਹ ਪ੍ਰਾਇੋਰਟਾਈਜ਼ ਕੀਤਾ ਗਿਆ ਫੀਲਡ, ਸਟਿਲ ਬੱਚੇ ਇਹਨਾਂ ਫੀਲਡਸ ਦੇ ਵਿੱਚ ਜੌਬ ਨਹੀਂ ਕਰਦੇ। ਤਾਂ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਹਨ? ਜਿਵੇਂ ਕਿ ਤੁਸੀਂ ਕੁਐਸਚਨ ਦੇ ਵਿੱਚ ਕਿਹਾ ਕਿ ਸਕਿਲਡ ਵਰਕਰ, ਕਿ ਕੈਨੇਡਾ ਨੂੰ ਸਕਿਲਡ ਵਰਕਰ ਦੀ ਲੋੜ ਹੈ, ਬਟ ਜਿਹੜੇ ਸਟੂਡੈਂਟਸ ਨੇ ਉਹ ਇੱਕ ਐਜ਼ ਆਫਟਰ ਹਾਈ ਸਕੂਲ ਉਹ ਆ ਜਾਂਦੇ ਨੇ ਬਟ ਉਹ ਕੁਛ ਸਕਿੱਲ ਨਹੀਂ ਲੈ ਕੇ ਆਉਂਦੇ ਆਪਣੇ ਨਾਲ। ਜੇ ਉਹ ਕਿਤੇ ਨਾ ਕਿਤੇ ਸਕਿੱਲ ਲੈ ਕੇ ਆਉਣ ਤਾਂ ਕੈਨੇਡਾ ਦੇ ਵਿੱਚ ਜੌਬਸ ਦੀ ਕਮੀ ਨਹੀਂ ਹੈਗੀ। ਕਿਉਂਕਿ ਤੇ ਦੂਜੀ ਗੱਲ ਮੇਜਰ ਆ ਜਾਂਦੀ ਹੈ ਕਿ ਉਰੇ ਵਾਲੇ ਜਿਵੇਂ ਵੀ ਕੋਈ ਵੀ ਸੈਕਟਰ ਦੇ ਵਿੱਚ ਤੁਸੀਂ ਜਾਂਦੇ ਹੋ ਉਹ ਐਕਸਪੀਰੀਅੰਸ ਕੈਨੇਡਾ ਦਾ ਮੰਗਦੇ ਆ, ਬਟ ਉਹ ਤੁਹਾਡੇ ਪ੍ਰਾਇਰ ਐਕਸਪੀਰੀਅੰਸ ਚਾਹੇ ਤੁਸੀਂ ਸੱਚ ਦੇ ਵਿੱਚ ਪਾ ਰਹੇ ਹੋ ਭਾਵੇਂ ਤੁਸੀਂ ਐਵੇਂ ਪਾ ਰਹੇ ਹੋ, ਬਟ ਉਹ ਕਿਤੇ ਨਾ ਕਿਤੇ ਉਹਨੂੰ ਉਹ ਆਪਣਾ ਕੀ ਕਹਿੰਦੇ ਕਿ ਧਿਆਨ ਦੇ ਵਿੱਚ ਨਹੀਂ ਲੈ ਕੇ ਆਉਂਦੇ। ਤੇ ਉਹ ਚਾਹੁੰਦੇ ਹੁੰਦੇ ਕਿ ਸਾਨੂੰ ਸਟੂਡੈਂਟਸ ਮਿਲ ਰਿਹਾ ਹੈ ਜਾਂ ਸਾਨੂੰ ਕੋਈ ਵਰਕਰ ਮਿਲ ਰਿਹਾ ਹੈ ਤਾਂ ਉਹ ਪਾਰਟਿਕੂਲਰਲੀ ਇੱਕ ਕੈਨੇਡਾ ਦੇ ਬੇਸ ਦੇ ਵਿੱਚ ਐਕਸਪੀਰੀਅੰਸਡ ਹੋਵੇ, ਤਾਂ ਕਿ ਉਹਨੂੰ ਇੱਕ ਉਰੇ ਦੀ ਕਸਟਮਰ ਸਰਵਿਸ ਦਾ ਪਤਾ ਹੋਵੇ ਤੇ ਕਿਵੇਂ ਕੰਮ ਕਰਦੇ ਆ। ਤੇ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਕਿ ਅਸੀਂ ਮੇਜਰਲੀ ਫੇਮਸ ਕੀਤੇ ਹੋਏ ਨੇ ਕਿ ਟਰੱਕਿੰਗ ਤੇ ਫੂਡ ਕੋਰਟ, ਤੇ ਉਹਦੇ ਵਿੱਚ ਸਾਨੂੰ ਥੋੜ੍ਹੇ ਜਿਹੇ ਆਪਸ਼ਨਸ ਮਿਲ ਜਾਂਦੇ ਨੇ ਜਿਹਦੇ ਵਿੱਚ ਸਾਰੇ ਚੱਲ ਜਾਂਦੇ ਨੇ, ਤਾਂ ਉਹਦੇ ਕਰਕੇ ਉਹਦੇ ਵਿੱਚ ਜੌਬ ਓਪਰਚੁਨਿਟੀਜ਼ ਘੱਟਦੀਆਂ ਜਾਂਦੀਆਂ ਨੇ। ਤੇ ਇੱਕ ਇਹ ਵੀ ਫੈਕਟਰ ਆ ਜਾਂਦਾ ਹੈ ਕਿ ਜਿਵੇਂ ਹੁਣ ਟੋਰਾਂਟੋ, ਵੈਨਕੂਵਰ, ਇਹ ਬੜੇ ਸ਼ਹਿਰ ਜਿਹੜੇ ਨੇ ਮਸ਼ਹੂਰ ਨੇ, ਜਿਵੇਂ ਉਹ ਤੋਂ ਬਾਅਦ ਤੇ ਬੱਚੇ ਉੱਥੇ ਆਉਣਾ ਜ਼ਿਆਦਾ ਪ੍ਰੈਫਰ ਕਰਦੇ ਨੇ। ਤੇ ਉਹਦੇ ਕਰਕੇ ਕਿ ਜਦੋਂ ਪੋਪੂਲੇਸ਼ਨ ਵੱਧ ਜਾਂਦੀ ਹੈ ਤੇ ਸ਼ਹਿਰ ਉੱਡਾ ਹੀ ਹੈ, ਤੇ ਉੱਥੇ ਫਿਰ ਜਦੋਂ ਕੰਮ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਘਾਟਾ ਪੈਣ ਲੱਗ ਪੈਂਦਾ, ਤਾਂ ਫਿਰ ਜੌਬ ਓਪਰਚੁਨਿਟੀਜ਼ ਜਿਹੜੀਆਂ ਘਟਣ ਲੱਗ ਪੈਂਦੀਆਂ ਨੇ। ਤੇ ਸਟੂਡੈਂਟਸ ਐਕਸਪਲੋਰ ਰਾਦਰ ਦੈਨ ਉੱਥੋਂ ਮੂਵ ਆਊਟ ਹੋਣ ਨਾਲ ਉੱਥੇ ਰਹਿਣਾ ਪ੍ਰੈਫਰ ਕਰਦੇ ਨੇ ਤੇ ਇੱਕ ਲਾਈਕ ਕੰਫਰਟੇਬਲ ਕੋਜ਼ੀ ਫੀਲ ਕਰਦੇ ਨੇ, ਤਾਂ ਕਰਕੇ ਉਹ ਚੀਜ਼ ਉੱਥੇ ਇੱਕ ਡਿਸਐਡਵਾਂਟੇਜਸ ਕ੍ਰੀਏਟ ਕਰਦੀ ਹੈ। ਜਿਵੇਂ ਕਿ ਹੁਣ ਤੁਸੀਂ ਕਿਹਾ ਕਿ ਜਿਵੇਂ ਟਰੱਕ ਡਰਾਈਵਰ, ਜਿਵੇਂ ਆਪਣੀ ਪੰਜਾਬੀ ਕਮਿਊਨਿਟੀ ਜਿੰਨੀ ਵੀ ਆਪਾਂ ਵੇਖ ਲਈਏ ਲਾਈਕ ਉਹਨਾਂ ਦੀ ਮੁੰਡੇ ਸਪੈਸ਼ਲੀ, ਰਾਈਟ? ਤਾਂ ਉਹ ਟਰੱਕਿੰਗ ਲਾਈਨ ਦੇ ਵਿੱਚ ਜਾਣਾ ਪਸੰਦ ਕਰਦੇ ਨੇ। ਕਿਤੇ ਨਾ ਕਿਤੇ ਇਹ ਵੀ ਚੀਜ਼ ਹੈਗੀ ਆ ਕਿ ਇਹ ਪਾਰਟਿਕੂਲਰ ਫੀਲਡ ਦੇ ਵਿੱਚ ਸੋਰਸ ਆਫ ਜਿਹੜਾ ਇਨਕਮ ਹੈਗਾ ਆ ਐਜ਼ ਕੰਪੇਅਰ ਟੂ ਅਦਰ ਜੌਬਸ ਉਹ ਜ਼ਿਆਦਾ ਹੈਗਾ ਆ, ਰਾਈਟ? ਐਂਡ ਇਹਦੇ ਵਿੱਚ ਇੱਕ ਹੋਰ ਐਡਵਾਂਟੇਜ ਇਹ ਵੀ ਹੈਗੀ ਆ ਕਿ ਤੁਸੀਂ PR ਵੀ ਲੈ ਸਕਦੇ ਹੋ ਟਰੱਕਿੰਗ ਦੇ ਵਿੱਚ। ਸੋ ਗੱਲ ਮੁੱਦਾ ਉੱਥੇ ਘੁੰਮ ਘੁਮਾ ਕੇ ਉੱਥੇ ਹੀ ਆ ਜਾਂਦਾ ਵਾ ਕਿ ਜੋ ਆਪਾਂ ਐਜੂਕੇਸ਼ਨ ਉਰੇ ਕੈਨੇਡਾ ਦੇ ਵਿੱਚ ਆ ਕੇ ਲੈਂਦੇ ਆ, ਜਿਹਦੇ ਵਿੱਚ ਕਿ ਆਪਾਂ ਲਾਈਕ ਥਾਊਜ਼ੈਂਡਸ ਆਫ ਡਾਲਰਸ ਆਪਣੇ ਪੇਰੈਂਟਸ ਇਨਵੈਸਟ ਕਰਦੇ ਨੇ, ਐਂਡ ਆਪਾਂ 2 ਸਾਲ ਆਪਣਾ ਟਾਈਮ ਵੀ ਲਾਈਕ ਇਨਵੈਸਟ ਕਰਦੇ ਆ, ਐਂਡ ਲਾਈਕ 10-15 ਲੱਖ ਰੁਪਈਆ ਇੰਡੀਆ ਦੇ ਹਿਸਾਬ ਦੇ ਨਾਲ ਆਪਾਂ ਇਨਵੈਸਟ ਕਰਦੇ ਆ, ਸਟਿਲ ਆਪਾਂ ਉਸ ਫੀਲਡ ਦੀ ਜੌਬ ਨਹੀਂ ਕਰਦੇ, ਆਪਾਂ ਉਸ ਫੀਲਡ ਨੂੰ ਛੱਡ ਕੇ ਇੱਕ ਡਿਫਰੈਂਟ ਫੀਲਡ ਚੂਜ਼ ਕਰਦੇ ਆ, ਇਰਰਿਸਪੈਕਟਿਵ ਕਿ ਆਪਣੇ ਕੋਲ ਉਹਦਾ ਮੋਟੀਵੇਸ਼ਨ ਕੀ ਸੀ, ਰਾਈਟ? ਤਾਂ ਮੇਰਾ ਉਰੇ ਤੁਹਾਨੂੰ ਸਵਾਲ ਉਰੇ ਇਹ ਹੈਗਾ ਕਿ ਕਿੰਨਾ ਕੁ ਵਰਥ ਹੈਗਾ ਵਾ
ਕਿ ਜਦ ਆਪਾਂ ਇੰਡੀਆ ਤੋਂ ਪੈਸੇ ਲਗਾ ਕੇ ਇੱਕ ਪਾਰਟਿਕੂਲਰ ਐਜੂਕੇਸ਼ਨ ਤੇ ਲਗਾ ਕੇ ਆਏ ਆ ਤਾਂ ਹਾਂਜੀ। ਕਿੰਨਾ ਕੁ ਵਰਥ ਹੈਗਾ ਇਨ ਟਰਮਸ ਆਫ ਕਿ ਉਹਦੀ ਰਿਟਰਨਸ ਆਪਾਂ ਨੂੰ ਕਿਸ ਤਰੀਕੇ ਦੇ ਮਿਲਣਗੇ। ਇੱਕ ਮੈਟਰ ਇਹ ਕਰਦਾ ਹੈ ਕਿ ਬੱਚੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਛੇਤੀ ਪੜ੍ਹਾਈ ਮੁਕਾ ਕੇ ਪੀਆਰ ਲੈਣ ਤੱਕ ਹੁੰਦੇ ਆ, ਤੇ ਜਦੋਂ ਪੀਆਰ ਮਿਲ ਜਾਂਦੀ ਹੈ ਵਰਕ ਤੋਂ ਬਾਅਦ, ਉਹ ਵਰਕ ਤੋਂ ਬਾਅਦ ਇੱਕ ਵਰਕ ਵਾਲੀ ਸਾਈਡ ਹੋ ਜਾਂਦੇ ਆ, ਤੇ ਪੀਆਰ ਤੋਂ ਪਹਿਲਾਂ ਉਹ ਪੜ੍ਹਾਈ ਨਹੀਂ ਕਰਦੇ ਹੁੰਦੇ ਬਟ ਉਹ ਵਰਕ ਕਰਦੇ ਹੁੰਦੇ, ਜਿਹਦੇ ਕਰਕੇ ਉਹ ਇੱਕ ਕੰਫਰਟੇਬਲ ਕੋਜ਼ੀ ਫੀਲ ਹੋ ਜਾਂਦੀ ਹੈ ਐਜ਼ ਕੰਪੇਅਰ ਟੂ ਉਹਨਾਂ ਦੀ ਸਟੂਡੈਂਟ ਲਾਈਫ। ਉਹ ਜ਼ਿਆਦਾ ਕਮਾਉਂਦੇ ਆ ਵਰਕ ਦੇ ਵਿੱਚ, ਜਿਹੜਾ ਕਿ ਉਹਨਾਂ ਨੂੰ ਵਧੀਆ ਲੱਗਣ ਲੱਗ ਪੈਂਦਾ ਕਿਤੇ ਨਾ ਕਿਤੇ, ਉਹ ਉਹਦੇ ਨਾਲ ਉਹਦੇ ਵਿੱਚ ਕੰਫਰਟੇਬਲ ਹੋ ਜਾਂਦੇ ਆ। ਤੇ ਜਦੋਂ ਵਰਕ ਪੀਆਰ ਆ ਜਾਂਦੀ ਹੈ ਤੇ ਉਹਦੇ ਬਾਅਦ ਉਹ ਸਟੱਡੀ ਪ੍ਰੈਫਰ, ਬਹੁਤ ਘੱਟ ਰੇਸ਼ੋ ਆਏਗਾ ਇਸ ਪਰਸੈਂਟੇਜ ਦੇ ਵਿੱਚ ਹੋਣਗੇ ਜਿਹੜੇ ਬੱਚੇ ਪੀਆਰ ਤੋਂ ਬਾਅਦ ਸਟੱਡੀ ਕੰਟੀਨਿਊ ਕਰਦੇ ਆ। ਮੇਜਰਲੀ ਮੋਸਟਲੀ ਸਾਰੇ ਇਹੀ ਚਾਹੁੰਦੇ ਕਿ ਉਹ ਕਿਤੇ ਨਾ ਕਿਤੇ ਆਈਦਰ ਬਿਜ਼ਨਸ। ਜਿੱਦਾਂ ਕਿ ਹੁਣ ਆਪਾਂ ਗੱਲ ਕੀਤੀ ਆ ਕਿ ਬੱਚੇ ਟਰੱਕਿੰਗ ਦੇ ਵਿੱਚ ਚਲੇ ਜਾਂਦੇ ਨੇ, ਯੂਜੂਲੀ ਜਿੰਨੇ ਵੀ ਆਪਣੇ ਪੰਜਾਬੀ ਮੁੰਡੇ ਨੇ ਉਹ ਟਰੱਕਿੰਗ ਨੂੰ ਚੂਜ਼ ਕਰਦੇ ਨੇ ਕਿਤੇ ਨਾ ਕਿਤੇ। ਇਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਇਹ ਹੈਗਾ ਕਿ ਸੋਰਸ ਆਫ ਇਨਕਮ ਜ਼ਿਆਦਾ ਆ ਬਾਕੀ ਫੀਲਡ ਜੌਬਸ ਦੇ ਨਾਲੋਂ, ਪਰ ਦੈਟ ਇਜ਼ ਲਾਈਕ ਅ ਵਨ ਥਿੰਗ ਹੈ ਨਾ ਕਿ ਉਹਨਾਂ ਨੂੰ ਓਪਰਚੁਨਿਟੀ ਮਿਲ ਗਈ, ਉਹ ਟਰੱਕਿੰਗ ਦੇ ਵਿੱਚ ਚਲੇ ਗਏ, ਰਾਈਟ। ਪਰ ਜਦ ਆਪਾਂ ਇੰਡੀਆ ਤੋਂ ਆਪਣੀ ਕੋਰਸਿਸ ਸਿਲੈਕਟ ਕਰਦੇ ਆ ਜਾਂ ਆਪਣਾ ਸਰਟੀਫਿਕੇਟ ਜਾਂ ਡਿਗਰੀ ਜੋ ਵੀ ਆਪਾਂ ਚੂਜ਼ ਕਰਦੇ ਆ, ਰਾਈਟ, ਉਹ ਕਿਤੇ ਨਾ ਕਿਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਹੈਗੀ ਆ ਜਾਂ ਸਾਇੰਸ ਫੀਲਡ ਦੀ ਹੈਗੀ ਆ ਜਾਂ ਆਰਟਸ ਦੀ ਹੈਗੀ ਆ, ਰਾਈਟ। ਤੇ ਆਪਾਂ ਉਹ 2 ਸਾਲ ਦੀ ਪੜ੍ਹਾਈ ਦੇ ਉੱਪਰ ਥਾਊਜ਼ੈਂਡਸ ਆਫ ਡਾਲਰਸ ਇਨਵੈਸਟ ਕਰਦੇ ਆ, ਰਾਈਟ। ਆਪਾਂ ਆਪਣਾ ਟਾਈਮ ਵੀ ਇਨਵੈਸਟ ਕਰਦੇ ਆ, ਸਟਿਲ ਉਸ ਤੋਂ ਬਾਅਦ ਜਦ ਆਪਾਂ ਵਰਕ ਪਰਮਿਟ ਤੇ ਹੁੰਨੇ ਆਪਾਂ ਆਪਣਾ ਫੀਲਡ ਚੇਂਜ ਕਰ ਲੈਂਦੇ ਆ, ਰਾਈਟ। ਤਾਂ ਮੈਂ ਉਰੇ ਜਾਣਨਾ ਚਾਹਾਂਗੀ ਕਿ ਕਿੰਨਾ ਕੁ ਵਰਥ ਹੈਗਾ ਕਿ ਜੋ ਆਪਾਂ ਆਪਣੇ 2 ਸਾਲ ਇਨਵੈਸਟ ਕੀਤੇ ਤੇ ਆਪਾਂ ਥਾਊਜ਼ੈਂਡਸ ਆਫ ਡਾਲਰਸ, ਇੰਡੀਆ ਦੇ ਹਿਸਾਬ ਦੇ ਨਾਲ ਲਾਈਕ 10-15 ਲੱਖ ਰੁਪਏ ਹੋ ਗਿਆ, ਜੋ ਕਿ ਬਹੁਤ ਵੱਡੀ ਅਮਾਉਂਟ ਹੁੰਦੀ ਆ, ਉਹ ਕਿੰਨਾ ਕੁ ਵਰਥ ਹੈਗਾ ਆ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਇਨਵੈਸਟ ਕਰਨਾ, ਜਦ ਕਿ ਐਂਡ ਪੁਆਇੰਟ ਕੀ ਆ ਉਹਨਾਂ ਦਾ ਵਰਕ ਪਰਮਿਟ ਤੇ ਫੀਲਡ ਨੂੰ ਚੇਂਜ ਕਰ ਲੈਣਾ ਤੇ ਪੀਆਰ ਤੇ ਫੋਕਸ ਕਰਨਾ। ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ 70-30 ਦੀ ਪਰਸੈਂਟੇਜ ਨਾਲ ਕਿ 30% ਬੈਨੀਫੀਸ਼ੀਅਲ ਵੀ ਹੈਗਾ, 70% ਨਹੀਂ। ਕਿ ਜੇ ਅਸੀਂ ਆਲਰੇਡੀ ਉਹਦੇ ਵਿੱਚ ਕਿਤੇ ਨਾ ਕਿਤੇ ਇਨਵੈਸਟ ਕਰਿਆ ਹੋਇਆ ਹੈ ਤੇ ਉਹਨੂੰ ਕਿਉਂ ਨਾ ਜਿਹੜੇ ਉਹਦੇ ਫਰੂਟਸ ਆ ਅਸੀਂ ਟਾਈਪ ਕਰੀਏ, ਹੈ ਨਾ, ਜਿਹੜੇ ਵੀ ਉਹਨਾਂ ਦਾ ਅਸੀਂ ਹਾਰਡ ਵਰਕ ਕੀਤਾ, ਆਪਣੀ ਜਿੰਨੇ ਵੀ ਸਰਟੀਫਿਕੇਸ਼ਨਸ ਦੇ ਵਿੱਚ ਕੋਰਸ ਕੀਤੇ ਆ ਵਗੈਰਾ ਵਗੈਰਾ, ਤਾਂ ਉਹ ਚੀਜ਼ ਨੂੰ ਚਾਹੁੰਦੇ ਕਿਉਂ ਨਾ ਕਿ ਅਸੀਂ ਉਹਦੇ ਵਿੱਚ ਅੱਗੇ ਪਰਸੂ ਕਰੀਏ, ਤਾਂ ਕਿ ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਵਧੀਆ ਅੱਗੇ ਬੈਚਲਰਸ ਕਰਕੇ, ਕਿਉਂਕਿ ਮੋਸਟਲੀ ਸਾਰੇ ਪ੍ਰੈਫਰ ਡਿਪਲੋਮਾ ਜਾਂ ਸਰਟੀਫਿਕੇਸ਼ਨਸ ਕਰਦੇ ਨੇ ਤੇ ਬੈਚਲਰਸ ਦੇ ਲਈ ਬਹੁਤ ਘੱਟ ਬੱਚੇ ਜਾਂਦੇ ਨੇ। ਤੇ ਕਿਤੇ ਨਾ ਕਿਤੇ ਮੈਂ ਵੀ ਕਹਿਣਾ ਚਾਹੁੰਦਾ ਕਿ ਅੰਡਰ ਗ੍ਰੈਡ ਦੀ ਫੀਸ ਹੁੰਦੀ ਹੈ ਜਿਹੜੀ, ਉਹ ਐਜ਼ ਕੰਪੇਅਰ ਟੂ ਮਾਸਟਰ ਸਟੂਡੈਂਟਸ ਘੱਟ ਹੁੰਦੀ ਹੈ, ਕਿਉਂਕਿ ਰਿਸਰਚਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਕੋਲਰਸ਼ਿਪਸ ਹੁੰਦੀਆਂ ਨੇ, ਬੈਚਲਰਸ ਲਈ ਹੁੰਦੀਆਂ ਨੇ ਸਕੋਲਰਸ਼ਿਪ, ਜਿਹੜੇ ਮੇਜਰ ਹੁੰਦੀਆਂ ਨੇ ਉਹ ਸਰਟੀਫਿਕੇਸ਼ਨਸ ਲਈ ਤੇ ਡਿਪਲੋਮੇ ਲਈ ਨਾ ਮਾਤਰ ਹੁੰਦੀਆਂ ਨੇ। ਤੇ ਦੂਜੀ ਗੱਲ ਇਹ ਜਿਹੜੀ ਆਪਾਂ ਕਰ ਰਹੇ ਸੀਗੇ ਕਿ ਇਨਵੈਸਟਮੈਂਟ ਦੀ, ਤੇ ਜੇ ਉਹ ਵਧੀਆ ਉਹਦੇ ਵਿੱਚ ਬੈਚਲਰਸ ਮਾਸਟਰਸ ਕਰਕੇ ਇੱਕ ਆਫਿਸ ਜੌਬ ਉਹਦੇ ਪਾਰਟਿਕੂਲਰ ਸਪੈਸੀਫਿਕ ਫੀਲਡ ਰਿਲੇਟਡ ਕਰਨ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਲਈ ਵਧੀਆ, ਉਹਨਾਂ ਨੂੰ ਇੱਕ ਹਾਈ ਇਨਕਮ ਵਾਈਟ ਕਾਲਰ ਜੌਬ ਮਿਲ ਸਕਦੀ ਹੈ। ਬਟ ਉਹ ਸੌਖਾ ਰਾਹ ਚੁਣਦੇ ਨੇ, ਜਿਵੇਂ ਆਪਾਂ ਗੱਲ ਕੀਤੀ ਕਿ ਉਹ ਪੀਆਰ ਤੋਂ ਬਾਅਦ ਇੱਕ ਚੀਜ਼ ਲੱਭਦੇ ਨੇ ਕਿ ਜਿਵੇਂ ਉਹਨਾਂ ਨੂੰ ਬੈਟਰ ਵਰਕ ਤੇ ਸੀਗੇ ਔਰ ਐਜ਼ ਕੰਪੇਅਰ ਟੂ ਸਟੂਡੈਂਟ ਲਾਈਫ, ਤਾਂ ਉਹ ਇਹ ਚੀਜ਼ ਦੇਖਦੇ ਨੇ ਕਿ ਸਟੱਡੀ ਉਹਨਾਂ ਨੂੰ ਕਰਨੀ ਕਿਤੇ ਨਾ ਕਿਤੇ ਹਾਰਡ ਲੱਗਦੀ ਹੈ, ਤੇ ਉਹ ਕਹਿੰਦੇ ਨੇ ਕਿ ਈਜ਼ੀ ਹਾਈ ਇਨਕਮ ਕੋਈ ਅਸੀਂ ਵੇ ਲੱਭੀਏ ਜਿਹਦੇ ਵਿੱਚ ਅਸੀਂ ਛੇਤੀ ਆਪਣੀ ਫੈਮਿਲੀ ਸੈੱਟ ਹੋ ਸਕੀਏ। ਕਿ ਹਰੇਕ ਨੂੰ ਹੁੰਦਾ ਹੈ ਪੀਆਰ ਤੋਂ ਬਾਅਦ ਉਹ ਕਿਤੇ ਛੇਤੀ ਘਰ ਲਵੇ, ਵਧੀਆ ਗੱਡੀਆਂ ਲੈਣ ਤੇ ਆਪਣਾ ਪਰਿਵਾਰ ਨੂੰ ਬੁਲਾਉਣ ਤੇ ਆਪਣੀ ਫੈਮਿਲੀ ਪੂਰੀ ਸੈਟਲ ਅਪ ਕਰਨ, ਤੇ ਉਹ ਚੀਜ਼ ਕਿਤੇ ਨਾ ਕਿਤੇ ਰੋਲ ਪਲੇ ਜ਼ਰੂਰ ਕਰਦਾ। ਤਾਂ ਇਟ ਮੀਨਸ ਆਪਾਂ ਇਹ ਕਹਿਣਾ ਚਾਹਾਂਗੇ ਵੀ ਕਿਤੇ ਨਾ ਕਿਤੇ ਜਿਹੜੀ ਚੀਜ਼ ਇਹ ਹੈਗੀ ਆ ਕਿ ਜੋ ਆਪਾਂ ਕੋਰਸਿਸ ਉਰੇ ਸਿਲੈਕਟ ਕਰਦੇ ਆ, ਉਹ ਸਿਰਫ ਇੱਕ ਰਾਹ ਬਣਦਾ ਆ ਪੀਆਰ ਦੇ ਵਾਸਤੇ। ਮਤਲਬ ਇੱਕ ਪ੍ਰਾਇੋਰਟੀ ਦੇ ਵਿੱਚ ਬੱਚੇ ਸ਼ਾਇਦ ਉਸ ਐਜੂਕੇਸ਼ਨ ਦੇ ਵਿੱਚ ਅੱਗੇ ਮਾਸਟਰਸ ਲੈਵਲ ਤੱਕ ਜਾਣਾ ਹੀ ਨਹੀਂ ਚਾਹੁੰਦੇ ਹੈਗੇ, ਉਹ ਸਿਰਫ ਇੱਕ ਕਹਿ ਲਓ ਕਿ ਸਟੈਪਿੰਗ ਸਟੋਨ ਹੈਗਾ ਆ ਉਹਨਾਂ ਨੂੰ ਵਰਕ ਪਰਮਿਟ ਨੂੰ ਲੈ ਕੇ ਜਾਂ ਉਹਨਾਂ ਦੀ ਪੀਆਰ ਨੂੰ ਲੈ ਕੇ। ਮੈਂ ਇਹ ਵੀ ਦੇਖਿਆ ਹੈ ਕਿ ਜਦ ਆਪਾਂ, ਕਿਉਂਕਿ ਜਰਨਲਾਈਜ਼ ਹੋ ਚੁੱਕਿਆ, ਰਾਈਟ, ਕਿ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਵਰਕ ਪਰਮਿਟ ਤੇ ਜਾਣਗੇ, ਫਿਰ ਆਪਣੀ ਪੀਆਰ ਤੇ ਫੋਕਸ ਕਰਨਗੇ, ਰਾਈਟ। ਜੋ ਡੋਮੈਸਟਿਕ ਸਟੂਡੈਂਟਸ ਹੈਗੇ ਨੇ, ਜੇਕਰ ਆਪਾਂ ਯੂਨੀਵਰਸਿਟੀ ਆਫ ਰਜਾਈਨਾ ਦੀ ਗੱਲ ਕਰੀਏ, ਜੋ ਡੋਮੈਸਟਿਕ ਸਟੂਡੈਂਟਸ ਨੇ ਉਰੇ, ਉਹਨਾਂ ਦਾ ਕੀ ਲਾਈਕ ਪਰਸਪੈਕਟਿਵ ਹੈਗਾ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਤਰਫ, ਜਦ ਉਹ ਇਹਨਾਂ ਨੂੰ ਇੱਕ ਡਿਫਰੈਂਟ ਸਿਨੈਰੀਓ ਦੇ ਵਿੱਚ ਦੇਖਦੇ ਨੇ। ਲਾਈਕ ਸੇਮ ਕਲਾਸ ਦੇ ਵਿੱਚ ਬੱਚੇ ਪੜ੍ਹਦੇ ਨੇ, ਬਟ ਉਹਨਾਂ ਦਾ ਜੋ ਸਿਨੈਰੀਓ ਹੈਗਾ ਜਾਂ ਫਾਈਨੈਂਸ਼ੀਅਲ ਕੰਡੀਸ਼ਨ ਦਾ ਆਪਾਂ ਕਹਿ ਲਈਏ ਜਾਂ ਅਕੈਡਮਿਕ ਪਰਸਪੈਕਟਿਵ ਦਾ ਕਹਿ ਲਈਏ, ਉਹ ਡਿਫਰੈਂਟ ਆ। ਤਾਂ ਤੁਸੀਂ ਕੀ ਵੇਖਿਆ ਕਿ ਉਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਲੈਂਦੇ ਨੇ? ਇੱਕ ਚੀਜ਼ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਤੋਂ ਪੁੱਛੀ ਜਾਵੇ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਕਹਿਣਗੇ ਕਿ ਜਿਹੜੇ ਡੋਮੈਸਟਿਕ ਸਟੂਡੈਂਟਸ ਆ ਉਹ ਜ਼ਿਆਦਾ ਘੁਲਦੇ ਮਿਲਦੇ ਨਹੀਂ ਹੈ ਇੰਟਰਨੈਸ਼ਨਲ ਦੇ ਨਾਲ, ਕਿਉਂਕਿ ਉੱਥੇ ਤੁਹਾਡੇ ਵਿਜ਼ਨਸ ਦਾ ਮੈਟਰ ਡਿਫਰੈਂਟ ਕਰ ਜਾਂਦਾ ਹੈ। ਕਿ ਜਿਹੜੇ ਇੰਟਰਨੈਸ਼ਨਲ ਦੇ ਉਹਨਾਂ ਦਾ ਵਿਜ਼ਨ ਹੁੰਦਾ ਹੈ ਇੱਕ, ਉਹ ਜ਼ੀਰੋ ਤੋਂ ਸਟਾਰਟ ਕਰਦੇ ਨੇ, ਬਟ ਜਿਹੜੇ ਡੋਮੈਸਟਿਕ ਹੁੰਦੇ ਨੇ ਉਹਨਾਂ ਨੇ ਆਪਣਾ ਘਰ ਨਹੀਂ ਦੇਖਣਾ, ਘਰ ਨਹੀਂ ਲੈਣਾ,
ਤੇ ਆਪਣਾ ਨਾ ਉਹਨੇ ਫਾਈਨੈਂਸ਼ੀਅਲ 4 ਟਾਈਮਸ ਫੀਸਿਸ ਨਹੀਂ ਦੇਣੀਆਂ ਹੈਗੀਆਂ। ਉਹਨਾਂ ਦਾ ਇੱਕ ਵਿਜ਼ਨ ਹੁੰਦਾ ਕਿ ਜਿਵੇਂ ਅਸੀਂ ਜੇ ਇੰਟਰਨੈਸ਼ਨਲ ਡੋਮੈਸਟਿਕ ਰਹਿਣ ਤਾਂ ਉਹ ਵੀ ਇੱਕ ਵਿਜ਼ਨ ਹੋਊਗਾ ਕਿ ਪੜ੍ਹਾਈ ਕਰਕੇ ਵਧੀਆ ਜੌਬਸ ਲਈਏ, ਜਿਹੜਾ ਕਿ ਉਹਦੇ ਡੋਮੈਸਟਿਕਸ ਦਾ ਮੇਨ ਵਿਜ਼ਨ ਹੁੰਦਾ। ਤੇ ਤਾਂ ਕਰਕੇ ਉਹ ਕਿਤੇ ਨਾ ਕਿਤੇ ਤੇ ਉਹ ਜ਼ਿਆਦਾ ਆਪਣਾ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਆਉਂਦੇ ਨੇ ਉਹ ਜ਼ਿਆਦਾ ਸਟੱਡੀ ਫੋਕਸ ਹੁੰਦੇ ਨੇ, ਇੱਕ ਕੈਨੇਡਾ ਦਾ ਜਿਹੜਾ ਆਪਣਾ ਐਟਮੋਸਫੀਅਰ ਕਹਿ ਦਿੰਦੇ ਆ। ਤੇ ਜਿਹੜੇ ਜ਼ਿਆਦਾਤਰ ਬਿਜ਼ਨਸ ਸਟਾਰਟਅਪ ਵਾਲੇ ਹੁੰਦੇ ਨੇ ਤੇ ਜਾਂ ਫਿਰ ਜਿਹੜੇ ਜ਼ਿਆਦਾ ਚਾਹੁੰਦੇ ਨੇ ਕਿ ਉਹ ਇੱਕ ਹੱਥੀਂ ਸਕਿਲਡ ਲੇਬਰ ਕੁਝ ਕਰਨ, ਤਾਂ ਉਹ ਜ਼ਿਆਦਾਤਰ ਆਪਣੀ ਹਾਈ ਸਕੂਲ ਤੋਂ ਬਾਅਦ ਜਿਹੜਾ ਉਹਦੇ 12th ਗ੍ਰੇਡ ਮੰਨਿਆ ਜਾਂਦਾ, ਹਾਈ ਸਕੂਲ ਜਿਹੜੇ ਕਾਲਜ ਗੇਟ ਤੋਂ ਪਹਿਲਾਂ ਕਾਲਜ ਗੇਟ ਕਿਹਾ ਜਾਂਦਾ ਜਿਹਨੂੰ, ਉਹ ਤੋਂ ਬਾਅਦ ਉਹ ਜਾਂ ਤਾਂ ਉਹ ਸਰਟੀਫਿਕੇਸ਼ਨਸ ਇਨ ਸਾਸਕ ਕਾਲਜ ਜਾਂ ਕਾਲਜਸ ਦੇ ਵਿੱਚ ਲੈ ਲੈਂਦੇ ਨੇ ਤੇ ਆਈਦਰ ਜਾਂ ਫਿਰ ਉਹ ਕੋਈ ਆਪਣਾ ਬਿਜ਼ਨਸ ਸਟਾਰਟਅਪ ਕਰ ਲੈਂਦੇ ਨੇ। ਤਾਂ ਜਿਹੜੇ ਡੋਮੈਸਟਿਕ ਦੇ ਵਿੱਚੋਂ ਆਏ ਜਿੱਥੇ ਤੱਕ ਸਟੱਡੀ ਫਾਈਂਡ ਹੁੰਦੀ ਆਈ ਗੈਸ ਉਹਦੇ ਵਿੱਚ ਸਿਰਫ ਉਹਨਾਂ ਦੀ ਕਰੀਮ ਆਉਂਦੀ ਹੈ ਜਿਹੜੀ ਮੇਜਰਲੀ ਫੋਕਸ ਪੜ੍ਹਾਈ ਵੱਲ ਹੁੰਦਾ। ਤੇ ਇੰਟਰਨੈਸ਼ਨਲ ਸਟੂਡੈਂਟਸ ਉਰੇ ਇਨ ਡਾਈਵਰਸਿਟੀ ਆਉਂਦੇ ਨੇ ਤੇ ਜਿਨ੍ਹਾਂ ਦੇ ਫੋਕਸ ਡਿਫਰੈਂਟ ਹੁੰਦੇ ਨੇ ਤੇ ਉਹ ਵੇਰੀਅਸ ਲਾਈਕ ਸਪੈਸੀਫਿਕ ਫੀਲਡਸ ਦੇ ਵਿੱਚ ਵੀ ਹੁੰਦੇ ਨੇ ਜਾਂ ਵੇਰੀਅਸ ਫੀਲਡਸ ਦੇ ਵਿੱਚ ਵੀ ਹੁੰਦੇ ਨੇ। ਅਗਰ ਆਪਾਂ ਗੱਲ ਕਰੀਏ ਕਿ ਜਿਵੇਂ ਹੁਣ ਆਪਾਂ ਕਿਹਾ ਕਿ ਵਿਜ਼ਨ ਦੀ ਗੱਲ ਕਰੀਏ, ਠੀਕ ਹੈ, ਤਾਂ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਆ ਉਹ ਵਿਜ਼ਨ 'ਚ ਲੈਕ ਕਰਦੀ ਆ ਜੇ ਆਪਾਂ ਪੜ੍ਹਾਈ ਦੀ ਗੱਲ ਕਰੀਏ। ਤਾਂ ਜੇ ਆਪਾਂ ਸਟੂਡੈਂਟਸ ਨੂੰ ਇੰਡੀਆ ਤੋਂ ਹੀ ਇੱਕ ਵਿਜ਼ਨ ਡਿਵੈਲਪ ਕਰ ਦਈਏ ਕਿ ਤੁਹਾਡੀ ਪ੍ਰਾਇੋਰਟੀ ਪੜ੍ਹਨਾ ਹੈਗਾ, ਇੱਕ ਗੁੱਡ ਐਜੂਕੇਸ਼ਨ ਲੈਣੀ ਹੈਗੀ ਆ, ਤਾਂ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਰਾਈਟ ਕੈਨੇਡਾ ਦੇ ਵਿੱਚ ਬਹੁਤ ਵਧੀਆ ਅੱਗੇ ਜਾ ਸਕਦੀ ਆ ਜਾਂ ਸਟਿਲ ਲਾਈਕ ਸੇਮ ਹੀ ਹਾਲਾਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਨ ਟਰਮਸ ਆਫ ਜੌਬ ਪਰਸਪੈਕਟਿਵ? ਹਾਂਜੀ, ਕਿ ਜਿਵੇਂ ਹੁਣ ਦੇਖਿਆ ਜਾਂਦਾ ਕਿ ਹਰੇਕ ਆਉਂਦੇ ਸਾਲ ਜਿਹੜਾ ਗ੍ਰਾਫ ਹੈ ਉਹ ਹਰੇਕ ਚੀਜ਼ ਦਾ ਚੇਂਜ ਹੁੰਦਾ ਰਹਿੰਦਾ ਐਸ ਪਰਸਪੈਕਟਿਵ ਆਫ ਇੰਟਰਨੈਸ਼ਨਲ ਸਟੂਡੈਂਟਸ। ਤਾਂ ਉਵੇਂ ਜੇ ਇੱਕ ਬੈਟਰ ਐਜੂਕੇਸ਼ਨ ਦੀ ਲੋੜ ਹੈ ਇੰਡੀਆ ਦੇ ਵਿੱਚ, ਕਿਉਂਕਿ ਉੱਥੇ ਜਦੋਂ ਅਸੀਂ ਏਜੰਟ ਦੇ ਕੋਲ ਫਾਈਲ ਲਵਾਉਣ ਜਾਂਦੇ ਨੇ ਸਾਡੇ ਕੋਲ ਇੱਕ ਮੇਜਰ ਰੀਜ਼ਨ ਹੁੰਦਾ ਕਿ ਬਸ ਕੈਨੇਡਾ ਜਾਣਾ, ਤੇ ਨਾ ਤਾਂ ਕਈ ਬੱਚੇ ਮੈਂ ਇਹ ਵੀ ਦੇਖਿਆ ਕਿ ਕੋਰਸ ਨਹੀਂ ਦੇਖਦੇ ਤੇ ਨਾ ਉਹ ਦੇਖਦੇ ਕਿ ਉਹਨਾਂ ਦਾ ਮੇਜਰ ਮਾਈਨਰ ਕੀ ਆ ਸਬਜੈਕਟ ਦੇ ਵਿੱਚ। ਤੇ ਬਟ ਜਿਹੜੇ ਏਜੰਟਸ ਹੁੰਦੇ ਨੇ ਉਹ ਜ਼ਿਆਦਾਤਰ ਉਹਨਾਂ ਨੂੰ ਉਸ ਕਾਲਜ ਦੇ ਵਿੱਚ ਭੇਜਦੇ ਆ ਜਾਂ ਆਪਣੀ ਟਰਾਈ ਕਰਦੇ ਜਿੱਥੇ ਉਹਨਾਂ ਦੇ ਵੀਜ਼ਾ ਅਪਰੂਵਲਸ ਆ ਜਿਹੜੇ ਕਿ ਆਪਣਾ ਫਾਇਦਾ ਦੇਖਦੇ ਨੇ। ਤੇ ਦੂਜਾ ਆਪਣਾ ਕਮਿਸ਼ਨ ਬੇਸਡ ਹੁੰਦਾ ਨੇ ਕਿ ਜਿੱਥੋਂ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਪੇ ਕਰਦੀ ਹੈ ਉਹ ਜ਼ਿਆਦਾ ਫਾਈਲਸ ਉੱਧਰ ਦੀਆਂ ਲਵਾਉਂਦੇ ਨੇ। ਤਾਂ ਇੱਕ ਕਾਈਂਡ ਆਫ ਉੱਥੇ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਕਿ ਉਹ ਕਿਵੇਂ ਆਪਣੀਆਂ ਫਾਈਲਸ ਲਾ ਸਕਦੇ ਨੇ ਤੇ ਇੱਕ ਆਪਣਾ ਪਰਟੀਕੂਲਰ ਮੇਜਰ ਸਬਜੈਕਟ ਚੁਣਨ ਤਾਂ ਕਿ ਉਹ ਇੰਟਰਸਟਿੰਗ ਇੱਕ ਉਹਨਾਂ ਦੀ ਜਿਹੜੀ ਵੀ ਇੰਟਰਸਟ ਹੈ ਉਹਦੇ ਵਿੱਚ ਫਲੋ ਦੇ ਵਿੱਚ ਜਾਈ ਜਾਣ ਤੇ ਉਹ ਬਾਅਦ ਚੋਂ ਅੱਗੇ ਜਾ ਕੇ ਸਟੱਡੀ ਵੀ ਪਰਸੂ ਉਹਦੇ ਵਿੱਚ ਵਧੀਆ ਬੈਟਰ ਕਰਨ, ਲਾਈਕ ਬੈਚਲਰਸ ਦੇ ਵਿੱਚ ਕਰਨ, ਆਪਣੀ PR ਲੈ ਕੇ ਵਧੀਆ ਕਰਨ ਤੇ ਵਧੀਆ ਜੌਬਸ ਲੱਗਣ, ਆਫਿਸ ਜੌਬਸ ਲੱਗਣ। ਵੀਰ ਪ੍ਰਤਾਪ, ਕੀ ਤੁਹਾਨੂੰ ਲੱਗਦਾ ਕਿ ਜਦ ਬੱਚੇ ਇੰਡੀਆ ਤੋਂ ਕੈਨੇਡਾ ਆਉਂਦੇ ਨੇ ਛੋਟੀ ਉਮਰ ਦੇ ਵਿੱਚ ਜਾਂ ਆਪਣੀ +2 ਨੂੰ ਪਾਸ ਕਰਨ ਤੋਂ ਬਾਅਦ ਤੇ ਉਹ ਇੱਕਦਮ ਕਮਾਉਣਾ ਸ਼ੁਰੂ ਕਰ ਦਿੰਦੇ ਨੇ, ਇੰਡੀਆ ਦੇ ਹਿਸਾਬ ਦੇ ਨਾਲ ਕਮਾਈ ਬਹੁਤ ਹੀ ਵਧੀਆ ਆਪਾਂ ਕਹੀਏ ਕਿ ਲੱਖਾਂ ਦੇ ਵਿੱਚੋਂ ਕਮਾਉਣਾ ਸ਼ੁਰੂ ਕਰ ਦਿੰਦੇ ਨੇ, ਤਾਂ ਉਹ ਨਿਆਣੀ ਮੱਤ ਦੇ ਵਿੱਚ ਅਗਰ ਆਪਾਂ ਕਹਿ ਲਈਏ ਜਿਹੜੀ ਟੀਨ ਏਜ ਹੈਗੀ ਆ ਉਹਨਾਂ ਦੀ, ਪੈਸੇ ਦਾ ਕਿੰਨਾ ਪ੍ਰਭਾਵ ਬੱਚੇ ਦੇ ਮਨ ਤੇ ਪੈਂਦਾ ਵਾ ਜਿਹਦੇ ਨਾਲ ਕਿ ਕਿਤੇ ਨਾ ਕਿਤੇ ਮੈਨੂੰ ਸ਼ਾਇਦ ਲੱਗਦਾ ਕਿ ਪੜ੍ਹਾਈ ਤੋਂ ਵੀ ਉਹ ਵਾਂਝੇ ਹੋ ਜਾਂਦੇ ਨੇ ਤੇ ਪੈਸੇ ਦੇ ਪਿੱਛੇ ਥੋੜੀ ਜੀ ਦੌੜ ਸ਼ੁਰੂ ਕਰ ਦਿੰਦੇ ਨੇ। ਇੱਕ ਦੌੜ ਇਹ ਵੀ ਲੱਗ ਜਾਂਦੀ ਹੈ ਕਿ ਜਦੋਂ ਨਵੇਂ ਆਉਂਦੇ ਨੇ ਹੱਥ ਪੈਸਾ ਲੱਗਦਾ ਤੇ ਉੱਥੇ ਕੰਪਨੀ ਵੀ ਮੈਟਰ ਕਰਦੀ ਹੈ, ਤੁਸੀਂ ਕਿਵੇਂ ਦੇ ਬੰਦਿਆਂ ਨਾਲ ਰਹਿੰਦੇ ਹੋ ਤੇ ਉਹ ਵੀ ਚੀਜ਼ ਬੜੀ ਸਭ ਤੋਂ ਜ਼ਿਆਦਾ ਮੇਜਰ ਰੋਲ ਪਲੇ ਕਰਦੀ ਹੈ। ਕਈ ਬੱਚੇ ਮੈਂ ਹੁਣ ਆਪਣੇ ਨਾਲ ਦੇ ਜਿਹੜੇ ਮੇਰੇ ਸਮੈਸਟਰ ਮੇਟ ਸੀਗੇ ਮੈਂ ਉਹ ਵੀ ਦੇਖੇ ਨੇ ਕਿ ਜ਼ਿਆਦਾ ਹਾਰਡ ਵਰਕ ਕਰਦੇ ਨੇ, ਕਿ ਕਈ ਪੜ੍ਹਾਈ ਤੇ ਕੰਮ ਨੂੰ ਬੈਲੈਂਸ ਰੱਖ ਕੇ ਚੱਲਦੇ ਨੇ, ਕਈ ਪੜ੍ਹਾਈ ਨੂੰ ਇੰਬੈਲੈਂਸ ਕਰਕੇ ਕੰਮ ਵੱਲ ਜ਼ਿਆਦਾ ਹੋ ਜਾਂਦੇ ਨੇ ਤਾਂ ਕਿ ਉਹ ਪੜ੍ਹਾਈ ਦੇ ਬੋਝ ਉਤਾਰ ਸਕਣ। ਬਟ ਕਿਤੇ ਨਾ ਕਿਤੇ ਉਹ ਕੰਮ ਲਈ ਤਾਂ ਜ਼ਿਆਦਾ ਹੋ ਜਾਂਦੇ ਨੇ ਬਟ ਆਪਣੀ ਪੜ੍ਹਾਈ ਜਿਹੜੀ ਜਾਂ ਤਾਂ ਉਹ ਡਿਊਰੇਸ਼ਨ ਜ਼ਿਆਦਾ ਪਾ ਦਿੰਦੇ ਨੇ ਜਾਂ ਉਹ ਖਰਾਬ ਕਰ ਲੈਂਦੇ ਨੇ, ਇੰਬੈਲੈਂਸ ਕਰਕੇ ਫਿਰ ਉਹ ਕਰਦੇ ਨੇ। ਤੇ ਜਾਂ ਫਿਰ ਕਈ ਹੁੰਦੇ ਨੇ ਕਿ ਜਿਨ੍ਹਾਂ ਦਾ ਮੇਜਰ ਪਰਸਪੈਕਟਿਵ ਸਿਰਫ ਕੰਮ ਹੁੰਦਾ, PR ਲੈਣਾ ਹੁੰਦਾ, ਪੜ੍ਹਾਈ ਤੱਕ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਤੇ ਦੂਜੀ ਗੱਲ ਇਹ ਵੀ ਆ ਜਾਂਦੀ ਹੈ ਕਿ ਇੱਕ ਉਮਰ ਉਵੇਂ ਦੀ ਹੁੰਦੀ ਹੈ ਕਿ ਜਦੋਂ ਨਵੇਂ ਆਉਂਦੇ ਆ ਤੇ ਆਪਾਂ ਦੇਖਦੇ ਹਾਂ ਕਿ 7 ਸਾਲ 2 ਸਾਲ ਬੜੇ ਵਾਲਿਆਂ ਨੇ ਆਏ ਨੇ, ਆਪਾਂ ਉਹਨਾਂ ਦੀ ਮਿਹਨਤ ਨਹੀਂ ਦੇਖਦੇ ਬਟ ਆਂਦੀ ਸਾਰ ਦੇਖਦੇ ਕਿ ਉਹਨਾਂ ਕੋਲ ਮਹਿੰਗੇ ਫੋਨ ਨੇ, ਮਹਿੰਗੀਆਂ ਗੱਡੀਆਂ ਨੇ, ਤਾਂ ਆਪਾਂ ਉਹ ਆਪਣੀ ਇੱਕ GIC ਕਿਤੇ ਨਾ ਕਿਤੇ ਐਜ਼ ਸਿੰਪਲ ਸੋਚਦੇ ਹਾਂ ਕਿ ਸਾਡੇ ਕੋਲ ਪੈਸੇ ਪਏ ਨੇ, ਬਟ ਇਹ ਨਹੀਂ ਸੋਚਦੇ ਕਿ ਉਹ ਕਿਵੇਂ ਅੱਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਹੈਲਪ ਕਰ ਸਕਦੇ ਨੇ, ਬਟ ਉਹ ਕਢਾ ਕੇ ਆਪਣਾ ਖਰਚ ਦਿੰਦੇ ਨੇ। ਬਟ ਜਦੋਂ ਵੀ ਭਾਵੇਂ ਉਹ ਸੋਚਦੇ ਨੇ ਕਿ ਕੋਈ ਕਿਸ਼ਤ ਨੇ, ਗੱਡੀਆਂ ਲੈਣੀਆਂ ਨੇ ਕਿ ਡਾਊਨ, ਹੁਣ ਉਰੇ ਤੁਹਾਨੂੰ ਪਤਾ ਕਿ ਮਹਿੰਗੀਆਂ ਗੱਡੀਆਂ ਮਿਲ ਜਾਂਦੀਆਂ ਨੇ 0 ਡਾਊਨ ਤੇ, ਐਜ਼ ਕੰਪੇਅਰ ਟੂ ਇੰਡੀਆ ਉਹ ਚੀਜ਼ ਨਹੀਂ ਹੈਗੀ, ਮਹਿੰਗੀਆਂ ਉੱਥੇ ਅਫੋਰਡ ਕਰਨੀਆਂ ਔਖੀਆਂ, ਔਰ ਇੱਥੇ ਅਫੋਰਡ ਕਰਨੀਆਂ ਔਖੀਆਂ ਨਹੀਂ ਹੈਗੀਆਂ ਬਟ ਤੁਹਾਨੂੰ ਹਾਰਡ ਵਰਕ ਜ਼ਿਆਦਾ ਉਨਾ ਹੀ ਕਰਨਾ ਪੈਂਦਾ। ਤਾਂ ਕਿਤੇ ਨਾ ਕਿਤੇ ਉਹ ਚੀਜ਼ ਉਹਨਾਂ ਦਾ ਅੱਜ ਤੋਂ 2 ਸਾਲ ਬਾਅਦ ਨਹੀਂ ਸੋਚਦੇ, 5 ਸਾਲ ਬਾਅਦ ਨਹੀਂ, ਲੌਂਗ ਟਰਮ ਨਹੀਂ ਸੋਚਦੇ ਬਟ ਸ਼ਾਰਟ ਟਰਮ ਦੇਖ ਕੇ। ਤੇ ਉਹ ਇੱਕ ਯੰਗ ਏਜ ਦੇ ਵਿੱਚ ਇੱਕ ਹੁੰਦੀ ਹੈ ਕਿ ਨਿਆਣਪੁਣਾ ਤੇ ਇੱਕ ਜਵਾਨੀ ਦੀ ਏਜ ਹੁੰਦੀ ਹੈ, ਉਵੇਂ
ਉਹਦੇ ਵਿੱਚ ਲੱਗ ਕੇ ਮਗਰ ਲੱਗ ਕੇ ਗੱਡੀਆਂ ਕਢਾ ਲੈਂਦੇ ਨੇ। ਫਿਰ ਬਾਅਦ 'ਚੋਂ ਜਦੋਂ 5 ਸਾਲ ਤੋਂ ਬਾਅਦ ਉਹਨਾਂ ਨੂੰ ਅਕਲ ਆਉਂਦੀ ਹੈ ਕਿ ਜੇ ਉਹ 5 ਸਾਲ ਪਹਿਲਾਂ ਉਹ ਚੀਜ਼ਾਂ 'ਤੇ ਕੰਟਰੋਲ ਕਰ ਲੈਂਦੇ ਤਾਂ ਕਿਤੇ ਨਾ ਕਿਤੇ ਉਹ ਫਾਈਨੈਂਸ਼ੀਅਲ ਅਤੇ ਆਪਣੀ ਇੱਕ ਲਾਈਫਸਟਾਈਲ ਦੇ ਵਿੱਚ ਉਹ ਕਿਤੇ ਬੈਟਰ ਸਟੇਬਲ ਹੋ ਜਾਂਦੇ। ਸੋ ਵੀਰ ਪ੍ਰਤਾਪ, ਸੋ ਕਿਤੇ ਨਾ ਕਿਤੇ ਇਹ ਮਤਲਬ ਆਪਾਂ ਮਹਿਸੂਸ ਕਰ ਸਕਦੇ ਹਾਂ ਜਾਂ ਆਪਾਂ ਦੇਖਦੇ ਹਾਂ ਕਿ ਬੱਚਿਆਂ ਦੇ ਵਿੱਚ ਦੂਰ ਅੰਦੇਸ਼ੀ ਦੀ ਬਹੁਤ ਕਮੀ ਹੈਗੀ ਹਾਂਜੀ। ਆ। ਸ਼ਾਇਦ ਇਸੇ ਕਰਕੇ ਬੱਚੇ ਜੋ ਉਹਨਾਂ ਦੀ ਸੋਚ ਦੂਰ ਅੰਦੇਸ਼ੀ ਦੀ ਹੋ ਕੇ ਉਹ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕਰ ਸਕਦੇ ਨੇ, ਕਿਤੇ ਨਾ ਕਿਤੇ ਉਹ ਪਿੱਛੇ ਰਹਿ ਜਾਂਦੇ ਨੇ। ਸ਼ਾਇਦ ਇਹ ਵੀ ਕੁਝ ਕਾਰਨ ਹਨ ਕਿ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਆਪਣੇ ਰਾਹਾਂ ਤੋਂ ਭਟਕ ਕੇ ਹੋਰ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਤੇ ਕਿਤੇ ਨਾ ਕਿਤੇ ਕਮਿਊਨਿਟੀ ਜਨਰਲਾਈਜ਼ ਹੋ ਜਾਂਦੀ ਹੈ ਇੱਕ ਪਰਸਪੈਕਟਿਵ ਨੂੰ ਲੈ ਕੇ, ਰਾਈਟ? ਹਾਂਜੀ। ਸੋ ਵੀਰ ਪ੍ਰਤਾਪ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਬਾਊਟ ਇੰਟਰਨੈਸ਼ਨਲ ਸਟੂਡੈਂਟਸ, देयर ਸਟਰਗਲਸ, ਫਾਈਨੈਂਸਿਸ ਐਂਡ ਅਕੈਡਮਿਕਸ। ਸੋ ਵੀਰ ਪ੍ਰਤਾਪ, ਸਟੂਡੈਂਟਸ ਦੇ ਸਟਰਗਲ, ਰਾਈਟ, ਚਾਹੇ ਉਹਨਾਂ ਦੇ ਫਾਈਨੈਂਸਿਸ ਨੇਗੀਆਂ, ਚਾਹੇ ਉਹਨਾਂ ਦੇ ਅਕੈਡਮਿਕਸ ਨੇ, ਚਾਹੇ ਪੀਅਰ ਪ੍ਰੈਸ਼ਰ ਦੀ ਅਗਰ ਆਪਾਂ ਗੱਲ ਕਰ ਲਈ, ਰਾਈਟ, ਤਾਂ ਕਿਤੇ ਨਾ ਕਿਤੇ ਬੱਚੇ ਇੰਟਰਨੈਸ਼ਨਲ ਸਟੂਡੈਂਟਸ ਇੱਕ ਬਹੁਤ ਹੀ ਸਟ੍ਰੈਸਫੁਲ ਕੰਡੀਸ਼ਨਸ ਦੇ ਵਿੱਚ ਹੈਗੇ ਨੇ। ਤਾਂ ਕੀ ਕਰੀਏ ਮਤਲਬ ਇਸ ਸਿਚੁਏਸ਼ਨ ਤੋਂ ਬਾਹਰ ਆਉਣ ਦੇ ਲਈ? ਬੱਚੇ ਐਵੇਂ ਦਾ ਕੀ ਕਰਨ ਜਾਂ ਉਹ ਕਿਵੇਂ ਦੀਆਂ ਮਤਲਬ ਲਾਈਫਸਟਾਈਲ ਨੂੰ ਅਪਣਾਉਣ ਜਾਂ ਕਿਵੇਂ ਦਾ ਉਹਨਾਂ ਦਾ ਵਿਜ਼ਨ ਹੋਵੇ ਕਿ ਆਪਾਂ ਇਸ ਚੀਜ਼ ਨੂੰ ਲਾਈਕ ਓਵਰਆਲ ਐਜ਼ ਅ ਕਮਿਊਨਿਟੀ ਆਪਾਂ ਇਹਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ? ਕਿ ਮੈਂ ਤਾਂ ਮੇਜਰ ਇਹੀ ਕਹੂੰਗਾ ਕਿ ਕਿਸੇ ਦੇ ਮਗਰ ਲੱਗਣ ਨਾਲੋਂ ਇੱਕ ਲੌਂਗ ਟਰਮ ਸੋਚ ਰੱਖ ਕੇ ਚੱਲਣ ਤੇ ਅੱਜ ਤੋਂ ਇਹ ਨਾ ਸੋਚਣ ਕਿ ਪੀਆਰ ਤੱਕ ਕੀ ਕਰਨਾ, ਬਟ ਪੀਆਰ ਤੋਂ ਅੱਗੇ 5 ਸਾਲ 7 ਸਾਲ ਅੱਜ ਤੋਂ ਆਪਣੀ 30 ਸਾਲ ਦੀ ਉਮਰ ਤੱਕ ਇੱਕ ਪਲਾਨ ਬਣਾ ਕੇ ਚੱਲਣ, ਇੱਕ ਬਲੂਪ੍ਰਿੰਟ ਬਣਾ ਕੇ ਚੱਲਣ ਜਿਹਦੇ ਵਿੱਚ ਉਹਨਾਂ ਕੋਲ ABC ਬੈਕਅਪ ਪਲਾਨਸ ਹੋਣ ਵੀ ਜੇ A ਵਰਸਟ ਨਿਕਲਿਆ ਤਾਂ B ਹੈਗਾ, ਤਾਂ B ਨਹੀਂ ਤਾਂ C ਹੈਗਾ। ਤੇ ਇੱਕ ਇਹ ਵੀ ਆ ਕਿ ਬੈਟਰ ਗਾਈਡੈਂਸ ਤੇ ਇੱਕ ਬੈਟਰ ਕੰਪਨੀ ਕਿ ਮੈਂ ਆਪਣੇ ਵਿੱਚ ਮੈਂ ਹਰੇਕ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜੇ 12 ਸੇਬ ਨੇ ਤੇ 12 ਦੇ ਵਿੱਚੋਂ 12 ਹੀ ਗਲੇ ਨਹੀਂ, ਕਈ ਵਾਰੀ ਹੁੰਦੇ ਵਿੱਚੋਂ ਚੰਗੇ ਵੀ ਬੜੇ ਹੁੰਦੇ ਨੇ। ਤੇ ਮੈਂ ਚੰਗੇ ਵੀ ਬੜੇ ਦੇਖੇ ਨੇ ਕਿ ਵਧੀਆ ਗਾਈਡੈਂਸ ਲੈ ਕੇ ਵਧੀਆ ਤਰੱਕੀਆਂ ਕੀਤੀਆਂ ਜਿਨ੍ਹਾਂ ਨੇ ਛੋਟੀ ਉਮਰਾਂ ਦੇ ਵਿੱਚ ਹੀ, ਤੇ ਵਧੀਆ ਜਦੋਂ ਉਹਨਾਂ ਦੀ ਕੰਪਨੀ ਪਹਿਲਾਂ ਤੋਂ ਵਧੀਆ ਸੀਗੀ ਤਾਂ ਉਹਨਾਂ ਨੂੰ ਗਾਈਡੈਂਸ ਵਧੀਆ ਮਿਲੀ ਤੇ ਉਹਨਾਂ ਨੇ ਤਰੱਕੀਆਂ ਵੀ ਵਧੀਆ ਕੀਤੀਆਂ। ਤੇ ਉਹ ਚੀਜ਼ ਆ ਜਾਂਦੀ ਹੈ ਕਿ ਇੱਕ ਗਾਈਡੈਂਸ ਤੁਸੀਂ ਵਧੀਆ ਰੱਖਣ ਤੇ ਇੱਕ ਆਪਣੀ ਕੰਪਨੀ ਵਧੀਆ ਰੱਖਣ। ਤੇ ਮੇਜਰ ਇਹ ਹੈ ਕਿ ਜਿੱਦਾਂ ਫਾਈਨੈਂਸ਼ੀਅਲ ਇਜ਼ ਦਾ ਮੇਨ ਰੀਜ਼ਨ ਕਿ ਜਿਹਦੇ ਕਰਕੇ ਡਿਫਿਕਲਟੀ ਫੇਸ ਕਰਦੇ ਨੇ, ਤੇ ਇੱਕੋ ਆਪਣੇ ਵਧੀਆ ਕੱਟਸ ਬਣਾ ਕੇ ਰੱਖਣ ਤੇ ਇੱਕ ਆਪਣੇ ਫਾਈਨੈਂਸ ਰਾਈਟ ਡਾਊਨ ਕਰਨ ਤੇ ਉੱਥੇ ਕਿਤੇ ਨਾ ਕਿਤੇ ਉਹ ਵਧੀਆ ਬੈਟਰ ਕਰ ਸਕਦੇ ਉਹ ਦੇਖਣ। ਤਾਂ ਬਿਲਕੁਲ ਸਹੀ ਕਿਹਾ ਵੀਰ ਪ੍ਰਤਾਪ ਸਿੰਘ ਬੈਂਸ ਨੇ ਕਿ ਲੌਂਗ ਟਰਮ ਜਿਹੜੀ ਥਿੰਕਿੰਗ ਹੈਗੀ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਪਣੇ ਲਾਈਫਸਟਾਈਲ ਦੇ ਵਿੱਚ ਜ਼ਰੂਰ ਇਹ ਅਪਣਾਉਣੀ ਚਾਹੀਦੀ ਆ। ਫਾਈਨੈਂਸਿਸ ਹੋਣ ਚਾਹੇ ਬੱਚਿਆਂ ਦੇ ਅਕੈਡਮਿਕਸ ਹੋਣ, ਇੱਕ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਆ। ਬਿਲਕੁਲ ਸਹੀ ਕਿਹਾ ਵੀਰ ਪ੍ਰਤਾਪ ਨੇ ਕਿ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਵਾ ਐਂਡ ਉਹ ਬੈਲੈਂਸ ਇੱਕ ਲੌਂਗ ਟਰਮ ਥਿੰਕਿੰਗ ਤੋਂ ਹੀ ਆ ਸਕਦਾ। ਅਗਰ ਬੱਚਿਆਂ ਕੋਲ ਵਿਜ਼ਨ ਹੈਗਾ ਕਿ ਉਹਨੇ ਆਪਣੇ ਫਾਈਨੈਂਸਿਸ, ਅਕੈਡਮਿਕਸ ਕਿਵੇਂ ਹੈਂਡਲ ਕਰਨੇ ਨੇ ਤਾਂ ਆਈ ਥਿੰਕ ਉਹ ਬਹੁਤ ਹੀ ਪੀਸਫੁਲ ਲਾਈਫ ਉਰੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਆਪਣੀ ਬਿਲਕੁਲ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਦੇ ਕੈਨ ਲਾਈਕ ਸਪੈਂਡ देयर ਲਾਈਫ ਇਨ ਰਾਈਟ ਹੇਅਰ। So this was Mr. Veer Pratap Singh Bans from University of Regina and ਬਹੁਤ ਚੰਗਾ ਲੱਗਾ ਵੀਰ ਪ੍ਰਤਾਪ ਤੁਹਾਡੇ ਨਾਲ ਗੱਲ ਕਰਕੇ ਸਟੂਡੈਂਟਸ ਦੇ ਸਟਰਗਲਸ, ਫਾਈਨੈਂਸਿਸ ਐਂਡ ਅਕੈਡਮਿਕਸ ਨੂੰ। ਬਹੁਤ ਜ਼ਰੂਰੀ ਹੁੰਦਾ ਵੀ ਕਿਤੇ ਨਾ ਕਿਤੇ ਅਗਰ ਆਪਾਂ ਇੱਕ ਉਹਨਾਂ ਬੰਦਿਆਂ ਦੇ ਨਾਲ ਗੱਲ ਕਰੀਏ ਇਹਨਾਂ ਟੌਪਿਕਸ ਤੇ ਜੋ ਇਸ ਚੀਜ਼ ਦੇ ਵਿੱਚੋਂ ਗੁਜ਼ਰ ਕੇ ਆਏ ਨੇ ਐਂਡ ਪਲੱਸ ਇਸ ਚੀਜ਼ ਨੂੰ ਹੁਣ ਬਹੁਤ ਹੀ ਬਖੂਬੀ ਤਰੀਕੇ ਨਾਲ ਐਗਜ਼ੈਕਟਿਵ ਪੋਜੀਸ਼ਨ ਤੇ ਹੈਂਡਲ ਕਰਦੇ ਨੇ। ਐਂਡ ਵਾਂਸ ਅਗੇਨ ਥੈਂਕ ਯੂ ਵੀਰ ਪ੍ਰਤਾਪ ਫॉर ਹੈਵਿੰਗ ਅਸ ਹੇਅਰ ਫॉर योर ਇੰਟਰਵਿਊ। ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਮੈਂ ਵੀ ਧੰਨਵਾਦ ਕਰਦਾ ਜੀ ਪੰਜਾਬ ਟਾਕਸ ਦਾ ਜਿਨ੍ਹਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਵੌਇਸ ਰੇਜ਼ ਕਰ ਰਹੇ ਨੇ ਤੇ ਐਗਜ਼ੈਕਟਿਵਸ ਨੂੰ ਇੱਕ ਵਧੀਆ ਇਨਕਰੇਜ ਕਰ ਰਹੇ ਨੇ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਤਾਂ ਕਿ ਆਪਣੇ ਵਧੀਆ ਪ੍ਰੋਬਲਮਸ ਦੇ ਨਾਲ ਡੀਲ ਆਊਟ ਕਰਨ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸੈਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸੈਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ,
highlights, everything we provide here. ਅਸੀਂ ਗਾਰੰਟੀ ਦਿੰਨੇ ਆ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੀ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮੋਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਗੱਡੀਆਂ ਉੱਚੀਆਂ ਰੱਖੀਆਂ ਭਾਈ, ਗੱਡੀਆਂ ਉੱਚੀਆਂ ਰੱਖ ਭਾਵੇਂ ਨੀਵੀਆਂ, ਪਰ ਟਾਇਰਾਂ ਦਾ ਖਿਆਲ ਸਭ ਤੋਂ ਵੱਧ ਰੱਖ। ਓਏ ਇਸ ਪੱਖੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਕਿਉਂ? ਕਿਉਂਕਿ ਇਹਦੀ ਜ਼ਿੰਮੇਵਾਰੀ ਆਪਾਂ ਦਿੱਤੀ ਹੋਈ ਏ ਮਾਲਵਾ ਟਾਇਰਸ ਵਾਲਿਆਂ ਨੂੰ। ਇੰਨਾ ਧਿਆਨ ਤੇ ਕੋਈ ਨਵਾਂ ਵਿਆਹਿਆ ਮੁੰਡਾ ਆਪਣੀ ਵੋਟੀ ਦਾ ਨਹੀਂ ਰੱਖਦਾ ਜਿੰਨਾ ਧਿਆਨ ਮਾਲਵਾ ਟਾਇਰਸ ਵਾਲੇ ਟਾਇਰਾਂ ਦਾ ਰੱਖਦੇ ਨੇ। ਅੱਛਾ, ਆਹੋ। ਕਰਵਾਉਣੀ ਹੋਵੇ ਟਰੱਕ ਐਂਡ ਟ੍ਰੇਲਰ ਅਲਾਈਨਮੈਂਟਸ ਜਿਵੇਂ ਕਿ ਬੁਸ਼ਿੰਗ, ਕਿੰਗ ਪਿੰਸ ਵਗੈਰਾ, ਵੀਲ ਬੈਲੈਂਸ, ਚੇਂਜ ਓਵਰਸ, ਰੋਟੇਸ਼ਨਸ ਐਂਡ ਫਲੈਟ ਰਿਪੇਅਰਸ ਦਾ ਕੰਮ, ਇਹ ਸਭ ਕੁਝ ਪੂਰੇ ਤਸੱਲੀ ਬਖਸ਼ ਕਰਦੇ ਨੇ। ਇਹ ਕਿਸ ਟਾਈਮ ਅਵੇਲੇਬਲ ਹੁੰਦੇ ਨੇ? ਓਏ 24 ਘੰਟੇ 24/7 ਸਰਵਿਸ ਅਵੇਲੇਬਲ ਹੁੰਦੀ ਹੈ ਇਹਨਾਂ ਦੀ। ਕੈਲਗਰੀ 'ਚ ਸਭ ਤੋਂ ਬੈਸਟ ਟਾਇਰਸ ਐਂਡ ਸਰਵਿਸ ਹੈ ਇਹਨਾਂ ਦੀ। ਉਹ ਹੁਣ ਐਡਰੈਸ ਵੀ ਦੱਸ ਦੇ। ਮਾਲਵਾ ਟਾਇਰਸ, ਯੂਨਿਟ J&K 8616 44 ਸਟਰੀਟ, ਸਾਊਥ ਈਸਟ ਕੈਲਗਰੀ, ਐਲਬਰਟਾ। ਫੋਨ ਨੰਬਰ ਨੋਟ ਕਰ 403 899 1985 403 899 1985। ਉਹ ਕਿੱਦਾਂ? ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤਾਂ ਨਹੀਂ, ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ। ਤੇ ਅਲਾਈਨਮੈਂਟ? ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਵ ਟਾਇਰ ਸੇਵ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਭਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵਿਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0। ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਸੁਣ, ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ, $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ।
ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety first company with a strong commitment to drivers' well-being. Based in Winnipeg Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ 4 ਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ 4 ਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। 4 ਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ,
ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰ ਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰ ਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰ ਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।